स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਪੰਜਾਬ ਹਲੇ ਵੀ ਜੂਝ ਰਿਹਾ ਹੈ ਬਿਜਲੀ ਸੰਕਟ ਦੇ ਨਾਲ, ਔਰ ਇਹ ਬਿਜਲੀ ਸੰਕਟ ਹੋਰ ਗੰਭੀਰ ਤੇ ਗਹਿਰਾ ਹੁੰਦਾ ਜਾ ਰਿਹਾ ਕਿਉਂਕਿ ਲਗਾਤਾਰ ਪਲਾਂਟ ਬੰਦ ਹੁੰਦੇ ਜਾ ਰਹੇ ਨੇ। ਤਲਵੰਡੀ ਸਾਬੋ ਵਾਲਾ ਤੀਜਾ ਯੂਨਿਟ ਵੀ ਅੱਜ ਬੰਦ ਹੋ ਗਿਆ, ਜਿਸ ਕਰਕੇ ਖਾਸੀ ਖੱਜਲ ਖੁਆਰੀ ਹੋ ਰਹੀ ਹੈ। ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਹੈ ਔਰ ਬਾਹਰੋਂ ਬਿਜਲੀ ਜਿਹੜੀ ਹੈ ਉਹ 3-3 ਗੁਣਾ ਵੱਧ ਭਾਅ ਤੇ ਖਰੀਦਣੀ ਪੈ ਰਹੀ ਹੈ ਕਿਉਂਕਿ ਬਿਜਲੀ ਹੈ ਹੀ ਨਹੀਂ ਹੈ। ਅਜਿਹੇ ਮਾੜੇ ਸੰਕਟ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਜਿਸ ਤੇ ਸਿਰਫ ਟੇਕ ਹੈਗੀ ਹੈ ਕਿ ਕੁਦਰਤ ਕੋਈ ਮਿਹਰਬਾਨ ਹੋਵੇ, ਬਰਸਾਤ ਪਵੇ ਤਾਂ ਜਾ ਕੇ ਲੋਡ ਘਟੇ ਤਾਂ ਹੀ ਘਰ ਪੂਰਾ ਹੋ ਸਕਦਾ ਹੈ। ਜੇ ਅਜਿਹੇ ਹੀ ਹਾਲਾਤ ਬਣੇ ਰਹੇ, ਕਿਉਂਕਿ ਸਰਕਾਰ ਜਿੰਨਾ ਮਰਜ਼ੀ ਦਾਅਵਾ ਕਰੀ ਜਾਵੇ ਕਿ 8-8 ਘੰਟੇ ਨਿਰਵਿਘਨ ਬਿਜਲੀ ਖੇਤਾਂ ਨੂੰ ਜਾ ਰਹੀ ਹੈ, ਪਰ ਹਰ ਰੋਜ਼ ਸੋਸ਼ਲ ਮੀਡੀਆ ਤੇ ਤੁਸੀਂ ਵੇਖਿਆ ਹੋਣੀਆਂ ਤਸਵੀਰਾਂ ਤੇ ਉਹ ਵੀਡੀਓਜ਼ ਵੀ ਕਿ ਕਿਸਾਨ ਆਪਣੇ ਖੇਤ ਵਾਹਣ ਨੂੰ ਮਜਬੂਰ ਹੈ, ਕਿਸਾਨ ਝੋਨਾ ਵਾਹਣ ਨੂੰ ਮਜਬੂਰ ਹੈ ਕਿਉਂਕਿ ਬਿਜਲੀ ਆ ਨਹੀਂ ਰਹੀ, ਡੀਜ਼ਲ ਵਾਰਾ ਨਹੀਂ ਖਾ ਰਿਹਾ, ਪਾਣੀ ਪੂਰਾ ਪੈ ਨਹੀਂ ਰਿਹਾ। ਇਸ ਕਰਕੇ ਹਾਲਾਤ ਬਹੁਤ ਮਾੜੇ ਹੋਏ ਨੇ। ਅਜਿਹੇ ਹਾਲਾਤਾਂ ਦੇ ਵਿੱਚੋਂ ਪੰਜਾਬ ਕਿਵੇਂ ਨਿਕਲੇਗਾ, ਇੱਕ ਵੱਡੀ ਚੁਣੌਤੀ ਸਰਕਾਰ ਦੇ ਸਾਹਮਣੇ, ਪੀਐਸਪੀਸੀਐਲ ਦੇ ਸਾਹਮਣੇ ਜ਼ਰੂਰ ਹੈ। ਇਹਦੇ ਨਾਲ ਹੀ ਇੱਕ ਹੋਰ ਬੜਾ ਇੰਟਰਸਟਿੰਗ ਮੁੱਦਾ ਅੱਜ ਸਾਹਮਣੇ ਆਇਆ ਜਿਸ ਨੇ ਘੱਟੋ ਘੱਟ ਸਿਆਸੀ ਤਰ੍ਹਾਂ ਦੇ ਵਿੱਚ ਗਰਮਾਹਟ ਜ਼ਰੂਰ ਪੈਦਾ ਕਰ ਦਿੱਤੀ ਕਿ ਇੱਕ ਪਾਸੇ ਤਾਂ ਜਦੋਂ ਪੰਜਾਬ ਪਾਵਰ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ, ਅਜਿਹੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਫੈਸਲਾ ਆਉਂਦਾ ਔਰ ਉਹ ਫੈਸਲੇ ਨੇ ਸਾਰਿਆਂ ਦੀਆਂ ਅੱਖਾਂ ਖੋਲ ਦਿੱਤੀਆਂ। ਫੈਸਲਾ ਇਹ ਆਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਦਿੱਲੀ ਸਰਕਾਰ ਨੇ ਇੱਕ PIL ਪਾਈ ਸੀ। ਉਸ PIL ਦੇ ਵਿੱਚ ਕੀ ਜ਼ਿਕਰ ਕੀਤਾ, ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਪੂਰਾ ਮੁੱਦਾ ਸਮਝਾਉਂਦੇ ਹਾਂ ਕਿ ਮੁੱਦਾ ਹੈ ਕੀ ਹੈ, ਫਿਰ ਆਪਾਂ ਵਿਚਾਰ ਚਰਚਾ ਅੱਗੇ ਵਧਾਵਾਂਗੇ। ਦਰਅਸਲ ਆਪਨੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਇੱਕ PIL ਦਾਖਲ ਕੀਤੀ ਸੀ। PIL ਦੇ ਵਿੱਚ ਇਹ ਮੰਗ ਕੀਤੀ ਗਈ ਕਿ ਪੰਜਾਬ ਦੇ ਜਿੰਨੇ ਵੀ ਥਰਮਲ ਪਾਵਰ ਪਲਾਂਟ ਨੇ ਉਹ ਬੰਦ ਕਰ ਦਿੱਤੇ ਜਾਣ। ਇਹ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਸੀ। ਉਹਨਾਂ ਨੇ ਇਹ ਕਿਹਾ ਸੀਗਾ ਕਿ ਵਜ੍ਹਾ ਕੀ ਹੈ, ਪੰਜਾਬ ਦੇ ਥਰਮਲ ਪਲਾਂਟ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੀ ਵਜ੍ਹਾ ਬਣਦੇ ਨੇ, ਇਸ ਕਰਕੇ ਇਹਨਾਂ ਥਰਮਲ ਪਲਾਂਟਾਂ ਨੂੰ ਬੰਦ ਕੀਤਾ ਜਾਏ। ਪਰ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ, ਇਹ ਸੁਝਾਅ ਦਿੱਤਾ ਸੁਪਰੀਮ ਕੋਰਟ ਨੇ, ਜੇ ਦਿੱਲੀ ਸਰਕਾਰ ਚਾਹੁੰਦੀ ਹੈ ਤਾਂ ਇਸ ਮਸਲੇ ਨੂੰ ਪਹਿਲਾਂ ਤੋਂ ਹੀ ਚੱਲ ਰਹੇ ਦਿੱਲੀ NCR ਦੇ ਵਿੱਚ ਪ੍ਰਦੂਸ਼ਣ ਵਾਲੇ ਕੇਸ ਦੇ ਨਾਲ ਚੁੱਕ ਸਕਦੀ ਹੈ, ਪਰ ਅਲੱਗ ਤੋਂ ਇਸ ਮਸਲੇ ਨੂੰ ਨਹੀਂ ਚੁੱਕਿਆ ਜਾ ਸਕਦਾ। ਥਰਮਲ ਪਾਵਰ ਪਲਾਂਟ ਹੈ ਜਿਹੜੇ ਉਹ ਬੰਦ ਨਹੀਂ ਕੀਤੇ ਜਾ ਸਕਦੇ। ਹੁਣ ਸਿਆਸੀ ਤਰ੍ਹਾਂ ਕਹਿ ਰਹੀਆਂ ਨੇ ਕਿ ਇਹ ਦੋ ਡਬਲ ਸਟੈਂਡਰਡ ਕਿਉਂ ਹੈ। ਇੱਕ ਪਾਸੇ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ 300 ਯੂਨਿਟ ਮੁਫਤ ਦੇਵਾਂਗੇ, ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਥਰਮਲ ਪਾਵਰ ਪਲਾਂਟ ਚੱਲ ਰਹੇ ਨੇ ਉਹਨਾਂ ਨੂੰ ਬੰਦ ਕਰਨ ਦੀ ਤੁਸੀਂ PIL ਸੁਪਰੀਮ ਕੋਰਟ ਦੇ ਵਿੱਚ ਪਾਉਂਦੇ ਹੋ। ਯਾਨੀ ਕਿ ਹਲੇ ਵੀ ਦਿੱਲੀ ਦੇ ਹਿੱਤ ਜ਼ਿਆਦਾ ਨੇ ਪੰਜਾਬ ਦੇ ਨਾਲੋਂ। ਇਹ ਸਿਆਸੀ ਤਰ੍ਹਾਂ ਸਵਾਲ ਚੁੱਕ ਰਹੀਆਂ ਨੇ। ਜੇ ਥਰਮਲ ਪਾਵਰ ਪਲਾਂਟ ਬੰਦ ਹੋ ਜਾਣਗੇ, ਪਹਿਲਾਂ ਹੀ ਜਿਹੜਾ ਕ੍ਰਾਈਸਿਸ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਉਹ ਕਿਵੇਂ ਪੂਰਾ ਹੋਏਗਾ। ਉਸ ਤੋਂ ਬਾਅਦ ਜੇ ਤੁਸੀਂ ਦਾਅਵਾ ਕਰਦੇ ਹੋ ਕਿ ਅਸੀਂ ਆ ਕੇ 300 ਯੂਨਿਟ ਦੇਵਾਂਗੇ, ਉਹ 300 ਯੂਨਿਟ ਪੈਦਾ ਕਿੱਥੋਂ ਹੋਣਗੇ। ਪਹਿਲਾਂ ਹੀ 4400 ਮੈਗਾਵਾਟ ਬਿਜਲੀ ਹੈ ਜਿਹੜੀ ਇਹਨਾਂ ਤੋਂ ਆਉਂਦੀ ਹੈ, ਜਦੋਂ ਇਹ ਬੰਦ ਹੋ ਜਾਣਗੇ ਅਸੀਂ ਕ੍ਰਾਈਸਿਸ ਦੇ ਵਿੱਚੋਂ ਗੁਜ਼ਰਾਂਗੇ। 1800 ਮੈਗਾਵਾਟ ਅੱਜ ਦੀ ਡੇਟ ਦੇ ਵਿੱਚ ਪੰਜਾਬ ਬਾਹਰੋਂ ਖਰੀਦ ਰਿਹਾ, ਪ੍ਰਾਈਵੇਟ ਥਰਮਲ ਪਲਾਂਟ ਲੱਗੇ ਹੋਣ ਦੇ ਬਾਵਜੂਦ ਵੀ 1800 ਮੈਗਾਵਾਟ ਹੈ ਜਿਹੜੀ ਉਹ ਬਾਹਰੋਂ ਬਿਜਲੀ ਖਰੀਦੀ ਜਾ ਰਹੀ ਹੈ। ਇਸ ਕਰਕੇ ਸਵਾਲ ਬੜਾ ਵੱਡਾ ਹੋ ਜਾਂਦਾ ਹੈ। ਕਾਂਗਰਸ ਦੇ ਕੁਝ ਲੀਡਰ ਤਾਂ ਇੱਥੋਂ ਤੱਕ ਦਾਅਵਾ ਕਰ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਚੱਕਰ ਦੇ ਵਿੱਚ ਇਹ ਸਭ ਕੁਝ ਕੀਤਾ ਗਿਆ ਕਿ ਉਹ ਥਰਮਲ ਪਲਾਂਟ ਬੰਦ ਹੋ ਜਾਣ, ਲੋਕਾਂ ਨੂੰ ਬਿਜਲੀ ਮਿਲੇ ਨਾ, ਤੇ ਕਾਂਗਰਸ ਸਰਕਾਰ ਦੇ ਪ੍ਰਤੀ ਲੋਕਾਂ ਦਾ ਗੁੱਸਾ ਆ ਜਾਵੇ। ਇਹ ਇੱਕ ਵੱਡਾ ਇਸ਼ੂ ਹੈ। ਇਸ ਤੋਂ ਬਾਅਦ ਇੱਕ ਹੋਰ ਅਹਿਮ ਇਸ਼ੂ ਵੀ ਹੈ ਕਿ ਪੰਜਾਬ ਸਰਕਾਰ ਮਜਬੂਰੀ ਦੇ ਵਿੱਚ ਹੀ ਸਹੀ ਪਰ ਸਾਰੇ ਭਾਰਤ ਨਾਲੋਂ ਸਭ ਤੋਂ ਮਹਿੰਗੀ ਬਿਜਲੀ ਖਰੀਦ ਰਹੀ ਹੈ। ਉਹ ਕਿਉਂ ਖਰੀਦ ਰਹੀ ਹੈ? ਕੀ ਇਹ ਪਲੈਨਿੰਗ ਦੇ ਵਿੱਚ ਘਾਟ ਸੀ? ਅੱਜ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਇੱਕ ਮੋਟੀ ਰਕਮ ਹੈ ਜਿਹੜੀ ਉਹ ਮਹਿੰਗੀ ਬਿਜਲੀ, ਮਹਿੰਗੀ ਪਾਵਰ ਖਰੀਦਣ ਦੇ ਚੱਕਰ ਦੇ ਵਿੱਚ ਜਾ ਰਹੀ ਹੈ। ਇਹਦਾ ਖਮਿਆਜ਼ਾ ਕਿਹਨੂੰ ਭੁਗਤਣਾ ਪਏਗਾ? ਗਲਤੀ ਕਿਹਦੀ ਹੈ? ਖਮਿਆਜ਼ਾ ਭੁਗਤਣਾ ਪੈ ਰਿਹਾ ਜਨਤਾ ਨੂੰ। ਜਨਤਾ ਦਾ ਪੈਸਾ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਕਿਸ ਰੇਟ ਦੇ ਵਿੱਚ ਪਰ ਯੂਨਿਟ ਖਰੀਦੀ ਜਾ ਰਹੀ ਹੈ। ਉਸ ਦੇ ਤਫਸੀਲ ਨਾਲ ਜਾਵਾਂਗੇ, ਪਰ ਪਹਿਲਾਂ ਇਹ ਵਾਲਾ ਮੁੱਦਾ ਛੇੜਦੇ ਹਾਂ ਕਿ ਜਿਹੜੀ ਗੱਲ ਇਹ ਆ ਰਹੀ ਹੈ ਕਿ ਥਰਮਲ ਪਾਵਰ ਪਲਾਂਟ ਹੈ ਜਿਹੜੇ ਉਹ ਬੰਦ ਕੀਤੇ ਜਾਣ। ਸਭ ਤੋਂ ਪਹਿਲਾਂ ਜਗਤਾਰ ਸਿੰਘ ਸੰਘੇੜਾ ਸਾਹਿਬ, ਤੁਹਾਡੇ ਤੋਂ ਹੀ ਮੈਂ ਰਿਐਕਸ਼ਨ ਲਾਂਗਾ। ਸੰਘੇੜਾ ਸਾਹਿਬ, ਇਹ ਜਿਹੜੀ PIL ਪਾਈ ਹੈ ਜਿਸ ਨੂੰ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਨੇ, ਇਹ ਆਪਣਾ ਸਮਝ ਤੋਂ ਬਾਹਰ ਹੈ ਕਿ ਇੱਕ ਪਾਸੇ ਤਾਂ ਤੁਸੀਂ ਇਹ ਹੇਜ ਜਤਾਉਂਦੇ ਹੋ ਕਿ ਪੰਜਾਬ ਦੇ ਪ੍ਰਤੀ ਬੜੇ ਸੁਹਿਰਦ ਹੋ, ਪੰਜਾਬ ਦੇ ਲੋਕਾਂ ਦੇ ਪ੍ਰਤੀ ਬੜੇ ਸੁਹਿਰਦ ਹੋ, ਪੰਜਾਬ ਦੇ ਲੋਕਾਂ ਨੂੰ ਬਿਜਲੀ ਪੂਰੀ ਨਹੀਂ ਮਿਲ ਰਹੀ, ਇਸ ਕਰਕੇ ਤੁਸੀਂ ਧਰਨੇ ਵੀ ਲਾਉਂਦੇ ਹੋ, ਤੇ ਦੂਜੇ ਪਾਸੇ ਆਪ ਹੀ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਰ ਦਿੱਤੇ ਜਾਣ ਕਿਉਂਕਿ ਉਸ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲਦਾ। ਹਰਪ੍ਰੀਤ ਜੀ, ਸਾਰਾ ਕੁਝ ਹੀ ਨਾ ਥੋੜਾ ਟਵਿਸਟ ਕਰਕੇ ਉਹਦੀ ਪ੍ਰੈਜੈਂਟੇਸ਼ਨ ਹੋ ਰਹੀ ਹੈ। ਇਹ ਦਿੱਲੀ ਤੋਂ ਆ ਕੇ ਨਹੀਂ ਕਿਸੇ ਨੇ ਇੱਥੇ ਕੋਈ ਬਿਜਲੀ ਫ੍ਰੀ ਕਰਨੀ। ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ, ਦਿੱਲੀ ਸਾਡਾ ਹੈੱਡਕੁਆਟਰ ਹੈ, ਰਾਸ਼ਟਰੀ ਪਾਰਟੀ ਹੈ ਆਮ ਆਦਮੀ ਪਾਰਟੀ ਜੀ। ਦਿੱਲੀ ਸਾਡੀ ਹਾਈ ਕਮਾਂਡ ਬੈਠੀ ਹੈ। ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈ, ਪੰਜਾਬ ਯੂਨਿਟ ਹੈ, ਉਹਨਾਂ ਦੀ ਜੇ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਫ੍ਰੀ ਦੇਣੀ ਹੈ। ਆਮ ਆਦਮੀ ਪਾਰਟੀ ਪੰਜਾਬ ਯੂਨਿਟ ਦੀ ਸਰਕਾਰ ਨੇ, ਠੀਕ ਹੈ ਜੀ। ਤੇ ਦੂਸਰੀ ਗੱਲ ਜਿਹੜੀ ਉਹ ਲਿਟੀਗੇਸ਼ਨ ਹੈ
ਦੇਖੋ ਪਹਿਲੀ ਗੱਲ ਤਾਂ PIL ਮੈਨੂੰ ਨਹੀਂ ਇਸ ਗੱਲ ਬਾਰੇ ਪਤਾ। PIL ਪਾਉਣ ਦਾ ਕਿਸੇ ਸਰਕਾਰ ਦੀ ਗੱਲ ਥੋੜੀ ਬਣਦੀ ਹੁੰਦੀ, ਉਹ ਤਾਂ ਰੈਗੂਲਰ ਰਿਟ ਪਟੀਸ਼ਨ ਪਏਗੀ। ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਕੋਈ ਇਹ ਇੰਡੀਵਿਜੂਅਲ ਪਾਉਂਦਾ ਹੁੰਦਾ ਹੈ, ਮੈਨੂੰ ਨਹੀਂ ਪਤਾ ਜੇ ਪਾਰਟੀ ਲੈਵਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ। ਬਟ ਉਹ ਗ੍ਰੀਨ એનર્ਜੀ ਦੇ ਹਿਸਾਬ ਨਾਲ ਜਾਂ ਕਿਸੇ ਹੋਰ ਪਾਸੇ ਆ, ਇਦਾਂ ਕੋਈ ਯੂਨਿਟ ਨਹੀਂ ਹਰਪ੍ਰੀਤ ਜੀ ਬੰਦ ਹੁੰਦਾ ਨਾ ਹੀ ਹੋ ਸਕਦਾ ਹੁੰਦਾ ਆ। ਉਹਦੇ ਵਿੱਚ ਕੁਝ ਸੋਧਾਂ ਕਰਨ ਲਈ ਜਾਂ ਗ੍ਰੀਨ એનર્ਜੀ ਦੇ ਪ੍ਰੋਜੈਕਟ ਲਾਉਣ ਲਈ ਜਾਂ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੋਏਗੀ। ਸੋ ਉਹਦੇ ਬਾਰੇ ਮੈਨੂੰ ਮੈਂ ਜ਼ਿਆਦਾ ਨਹੀਂ ਇਮੀਡੀਏਟਲੀ ਕਹਿ ਸਕਦਾ, ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਪਲਾਂਟ ਤਾਂ ਬੰਦ ਕਰਨੇ ਤਾਂ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਹੈਗੇ। ਸੋ એનર્ਜੀ ਦੇ ਨਾਲ ਹੀ ਤੇ ਸਾਰਾ ਕੁਝ ਚੱਲਣਾ ਆ। ਜਿਹੜਾ ਮੌਜੂਦਾ ਸੰਕਟ ਹੈ ਨਾ ਪੰਜਾਬ ਦੇ ਵਿੱਚ, ਉਹਨੂੰ ਘਟਾ ਕੇ ਨਾ ਦੇਖਿਆ ਜਾਵੇ, ਇਹਨੂੰ ਅਲੱਗ ਕਿਤੇ ਵਿਸ਼ਾ ਹੋਣਾ ਚਾਹੀਦਾ ਆ। ਪੰਜਾਬ ਦਾ ਅਲੱਗ ਹੋਣਾ ਚਾਹੀਦਾ, ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਮੈਂ 1 ਮਿੰਟ ਰੁਕਾਂਗਾ ਤੁਹਾਨੂੰ। ਸੰਘੇੜਾ ਸਾਹਿਬ 1 ਮਿੰਟ ਰੁਕਾਂਗਾ, 1 ਮਿੰਟ ਰੁਕ ਰਿਹਾ। ਤਲਵੰਡੀ ਸਾਬੋ ਦੇ ਇੱਕ ਮਿੰਟ ਸੰਘੇੜਾ ਸਾਹਿਬ, ਸੰਘੇੜਾ ਸਾਹਿਬ ਦੇਖੋ, ਮੈਂ ਤੁਹਾਨੂੰ WhatsApp ਵੀ ਕਰ ਦੇਣਾ, ਆਪਣਾ ਚਲਦੀ ਡਿਬੇਟ 'ਚ ਤੁਸੀਂ WhatsApp ਖੋਲ ਕੇ ਦੇਖ ਲਿਓ ਕਿ ਇਹ ਪਟੀਸ਼ਨ ਕਿਹਨੇ ਪਾਈ ਹੈ। ਗਵਰਨਮੈਂਟ ਆਫ NCT ਆਫ ਦਿੱਲੀ ਨੇ ਪਾਈ ਹੈ। ਤੁਹਾਡੇ ਵਕੀਲਾਂ ਦੇ ਨਾਮ ਵੀ ਨੇ ਜਿਨ੍ਹਾਂ ਨੇ ਪਾਈ ਹੈ। ਇਹ 4 ਵਕੀਲਾਂ ਦੇ ਨਾਮ ਲਿਖੇ ਹੋਏ ਨੇ ਥੱਲੇ। ਉਹਨਾਂ ਨੇ ਇਹ ਲਿਖਿਆ ਹੋਇਆ ਜਿਹੜੇ ਆਰਡਰ ਹੋਏ ਨੇ, ਸੁਪਰੀਮ ਕੋਰਟ ਦੇ ਆਰਡਰ ਹੋਏ ਨੇ, ਉਹਨਾਂ ਆਰਡਰ ਦੇ ਵਿੱਚ ਕਲੀਅਰ ਮੈਂਸ਼ਨ ਹੈ ਕਿ ਦਿੱਲੀ ਸਰਕਾਰ ਵੱਲੋਂ ਪਾਈ ਗਈ ਇਸ ਪਟੀਸ਼ਨ ਨੂੰ ਖਾਰਜ ਕੀਤਾ ਜਾਂਦਾ ਹੈ। ਜੇ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਇਸ ਮੁੱਦੇ ਤੇ ਗੰਭੀਰਤਾ ਨਾਲ ਗੱਲਬਾਤ ਕੀਤੀ ਜਾਵੇ ਤਾਂ ਪਹਿਲਾਂ ਹੀ ਚੱਲ ਰਹੇ ਮੁੱਦੇ ਤੇ, ਪਰਾਲੀ ਵਾਲਾ ਮੁੱਦਾ ਜਾਂ ਪੋਲੂਸ਼ਨ ਵਾਲਾ ਮੁੱਦਾ ਜਿਹੜਾ, ਉਸ ਤੇ ਚਰਚਾ ਕੀਤੀ ਜਾ ਸਕਦੀ ਹੈ। ਇਸ ਦੇ ਵਿੱਚ ਕਲੀਅਰ ਲਿਖਿਆ ਹੋਇਆ ਕਿ ਜਿਹੜਾ ਤੁਸੀਂ ਮੰਗ ਕੀਤੀ ਹੈ, 1 ਮਿੰਟ ਸੁਣੋ ਵੀ ਜਿਹੜੀ ਤੁਸੀਂ ਮੰਗ ਕੀਤੀ ਹੈ ਕਿ ਥਰਮਲ ਪਲਾਂਟ ਬੰਦ ਕੀਤੇ ਜਾਣ, ਉਹ ਬੰਦ ਨਹੀਂ ਕੀਤੇ ਜਾ ਸਕਦੇ। ਮੇਰਾ ਤੇ ਸਵਾਲ ਸਿੱਧਾ ਸਿੰਪਲ ਇਹੀ ਹੈ ਸੰਘੇੜਾ ਸਾਹਿਬ, ਆਪਾਂ ਨੂੰ ਸਾਰੇ ਪਾਸੇ ਧਿਆਨ ਰੱਖਣਾ ਪਏਗਾ ਨਾ। ਤੁਹਾਨੂੰ ਦਿੱਲੀ ਨਾਲ ਪਿਆਰ ਹੈ, ਦਿੱਲੀ ਦੀ ਸਰਕਾਰ ਹੈ, ਬਿਲਕੁਲ ਹੋਣਾ ਵੀ ਚਾਹੀਦਾ। ਹਰ ਸੂਬੇ ਦੀ ਸਰਕਾਰ ਨੂੰ ਆਪਣੇ ਸੂਬੇ ਨਾਲ ਪਿਆਰ ਹੋਣਾ ਚਾਹੀਦਾ, ਪਰ ਉਹਦਾ ਖਮਿਆਜਾ ਪੰਜਾਬ ਕਿਉਂ ਭੁਗਤੇ? ਤੁਹਾਡੀ ਦਿੱਲੀ ਸਾਫ਼ ਰਵੇ, ਇਸ ਦੇ ਲਈ ਪੰਜਾਬ ਦੇ ਥਰਮਲ ਪਲਾਂਟ ਬੰਦ ਕਰ ਦਈਏ। ਇਹ ਤੁਹਾਡੀ ਪਾਰਟੀ ਦੀ, ਤੁਹਾਡੀ ਸਰਕਾਰ ਦੀ ਡਿਮਾਂਡ ਹੈ। ਇਸ ਡਿਮਾਂਡ ਦੇ ਨਾਲ ਤੁਸੀਂ ਇਤਫਾਕ ਨਹੀਂ ਰੱਖਦੇ? ਨਹੀਂ ਦੇਖੋ, ਇਹ ਜਦੋਂ ਵਕੀਲਾਂ ਨੇ ਗੱਲ ਬਣਾਉਣੀ ਹੁੰਦੀ ਆ, ਇਦਾਂ ਕੋਈ ਚੀਜ਼ ਬੰਦ ਥੋੜੀ ਹੁੰਦੀ ਆ। ਗੱਲ ਉਹਦੀ ਗ੍ਰੀਨ એનર્ਜੀ ਦੀ ਆ, ਤਾਂ ਹੀ ਸੁਪਰੀਮ ਕੋਰਟ ਨੇ ਕਿਹਾ ਆ ਕਿ ਇਹਨੂੰ ਉਹਦੇ ਨਾਲ ਅਟੈਚ ਕਰਕੇ ਤੁਸੀਂ ਗੱਲ ਕਰ ਸਕਦੇ ਹੋ। ਜੇ ਕੋਈ ਕਰਨੀ ਹੈ ਤਾਂ ਇਹਦੀ ਸੈਪਰੇਟ ਲਿਟੀਗੇਸ਼ਨ ਨਹੀਂ ਹੋ ਸਕਦੀ। ਮੈਂ ਨਹੀਂ ਇਹ ਕਹਿੰਦਾ, ਮੈਂ ਮਤਲਬ ਜਿਹੜੀ ਕੋਈ ਲਿਟੀਗੇਸ਼ਨ ਹੋਈ ਹੈ, ਮੈਂ ਤਾਂ ਇਹ ਕਹਿੰਦਾ PIL ਨਾਰਮਲੀ ਇੰਡੀਵਿਜੂਅਲਸ ਪਾਉਂਦੇ। ਚਲੋ ਸੰਘੇੜਾ ਸਾਹਿਬ, ਮੈਂ ਤੁਹਾਨੂੰ ਆਰਡਰ WhatsApp ਕਰ ਦਿੱਤੇ ਹੈ, ਤੁਸੀਂ ਆਰਡਰ ਪੜ੍ਹ ਲਓ। ਇੱਕ ਵਾਰ ਆਰਡਰ ਪੜ੍ਹ ਲਓ, ਮੈਂ ਤੁਹਾਨੂੰ WhatsApp ਕਰ ਦਿੱਤੇ ਹੈ। ਦੂਜੇ ਇੱਕ ਗੱਲ ਦਾ ਇਹ ਵੀ ਜਵਾਬ ਦੇ ਦਿਓ ਕਿ ਤੁਹਾਨੂੰ ਵੀ ਲੱਗਦਾ ਹੈ ਪੰਜਾਬ ਦੇ ਥਰਮਲ ਪਲਾਂਟ ਨੇ ਜਿਹੜੇ ਉਹ ਦਿੱਲੀ 'ਚ ਪ੍ਰਦੂਸ਼ਣ ਫੈਲਾ ਰਹੇ ਨੇ? ਨਹੀਂ, ਇਸ ਤਰ੍ਹਾਂ ਦੀ ਆਈ ਡੋਂਟ ਥਿੰਕ ਸੋ। ਮਤਲਬ ਜੇ ਦਿੱਲੀ 'ਚ ਆਪਣੀ ਪੋਲੂਸ਼ਨ ਬਥੇਰੀ ਆ, ਉਹਨਾਂ ਨੂੰ ਬਾਹਰੋਂ ਪੋਲੂਸ਼ਨ ਲੈਣ ਦੀ ਕੀ ਲੋੜ ਹੈ? ਵਹੀਕਲ ਟ੍ਰੈਫਿਕ ਦੀ ਇੰਨੀ ਪੋਲੂਸ਼ਨ ਹੈਗੀ ਆ, ਕਾਫੀ ਮੈਜ਼ਰਸ ਵੀ ਲਏ ਆ ਦਿੱਲੀ ਸਰਕਾਰ ਨੇ, ਪਰ ਬਹੁਤ ਜ਼ਿਆਦਾ ਕੰਜੈਸਟਡ ਸਿਟੀ ਆ ਆਪਣਾ, ਸਿਟੀ ਹੈਗਾ, ਉਹਦੇ ਆਲੇ ਦੁਆਲੇ ਵੀ ਕਾਫੀ ਇੰਡਸਟਰੀ ਹੈਗੀ ਆ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਲੀ ਪੋਲੂਸ਼ਨ ਨਾਲ ਲੜ ਰਿਹਾ ਹੈ, ਜੂਝ ਰਿਹਾ ਹੈ, ਕਾਫੀ ਹੱਦ ਤੱਕ ਕੰਟਰੋਲ ਵੀ ਕੀਤਾ। ਸਵਾਲ ਉਹੀ ਗੱਲ ਹੈ ਨਾ ਸੰਘੇੜਾ ਸਾਹਿਬ, ਸਵਾਲ ਉਹੀ ਖੜਾ ਹੋ ਜਾਂਦਾ। ਚਲੋ ਮੈਂ 1 ਮਿੰਟ ਵਾਪਸ ਆ ਜਾਣਾ। ਇਸ ਤੋਂ ਪਹਿਲਾਂ ਵੀ ਆਪਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਪਰਾਲੀ ਜਦੋਂ ਸੜਦੀ ਹੈ ਉਹਦਾ ਧੂਆਂ ਦੀ ਗੱਲ ਵੀ ਅਸੀਂ ਕੀਤੀ। ਇਹ ਆਪਣੇ ਆਪ ਦੇ ਵਿੱਚ ਹੀ ਇੱਕ ਅਜੂਬਾ ਨਹੀਂ ਨਜ਼ਰ ਆਉਂਦਾ ਕਿ ਇੱਕ ਪਾਸੇ ਤਾਂ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਨੂੰ ਬਿਜਲੀ 24 ਘੰਟੇ ਮਿਲਣੀ ਚਾਹੀਦੀ ਹੈ, ਦੂਜੇ ਪਾਸੇ ਅਸੀਂ ਇਹ ਕਹਿ ਰਹੇ ਕਿ ਥਰਮਲ ਪਲਾਂਟ ਪ੍ਰਦੂਸ਼ਣ ਫੈਲਾ ਰਹੇ ਨੇ, ਇਸ ਕਰਕੇ ਥਰਮਲ ਪਲਾਂਟ ਬੰਦ ਹੋਣੇ ਚਾਹੀਦੇ ਨੇ। 1 ਮਿੰਟ ਸੰਘੇੜਾ ਸਾਹਿਬ ਆਇਆ, ਸਵੈਤ ਸਾਹਿਬ ਤੋਂ ਇੱਕ ਰਿਐਕਸ਼ਨ ਲੈ। ਸਵੈਤ ਸਾਹਿਬ, ਤੁਸੀਂ ਵੀ ਆਰਡਰ ਪੜ੍ਹਿਆ ਹੋਣਾ ਹੈ, ਤੁਸੀਂ ਇੱਕ ਵਕੀਲ ਹੋ, ਐਡਵੋਕੇਟ ਹੋ, ਤੁਹਾਨੂੰ ਚੰਗੀ ਤਰ੍ਹਾਂ ਇਹ ਭਾਸ਼ਾ ਪਤਾ ਹੋਏਗੀ। ਮੈਨੂੰ ਥੋੜਾ ਜਿਹਾ ਸਮਝਾਓਗੇ ਕਿ ਪੂਰਾ ਮੁੱਦਾ ਹੈ ਕੀ ਹੈ? ਤੁਸੀਂ ਪਾਰਟੀ ਸੀ, ਸਰਕਾਰ ਤੁਹਾਡੀ ਪਾਰਟੀ ਸੀ ਇਸ ਮੁੱਦੇ ਵਿੱਚ। ਦੇਖੋ, ਦਿੱਲੀ ਸਰਕਾਰ ਨੇ ਰਿਟ ਪਾਈ ਹੈ ਸੁਪਰੀਮ ਕੋਰਟ ਦੇ ਵਿੱਚ, ਤੇ ਇਹ ਰਾਹੀਂ ਪਾਈ ਗਈ ਹੈਗੀ ਹੈ ਡਿਪਟੀ ਸੈਕਟਰੀ ਐਨਵਾਇਰਨਮੈਂਟ, ਜਿਹੜੇ ਕਿ ਖੁਦ ਦਿੱਲੀ ਸਰਕਾਰ ਨੇ ਥਰੂ ਆਪਣੇ ਅਫਸਰਾਂ ਦੇ ਰਾਹੀਂ, ਡਿਪਟੀ ਸੈਕਟਰੀ ਸਰਕਾਰ ਦਾ ਬੰਦਾ ਹੈਗਾ ਜੀ, ਹਾਈਐਸਟ ਲੈਵਲ ਦੇ ਜਿਹੜੇ ਆਫੀਸਰ ਹੁੰਦੇ ਨੇ ਉਹ ਨੇ ਵਾਤਾਵਰਨ ਦੇ ਵਿੱਚ। ਸੋ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਰਿਟ ਪਾਈ ਹੈਗੀ ਹੈ ਕਿ ਪੰਜਾਬ ਦੇ ਜਿਹੜੇ ਥਰਮਲ ਪਾਵਰ ਪਲਾਂਟਸ ਨੇ ਉਹ ਬੰਦ ਕਰ ਦਿਓ, ਕਿਉਂਕਿ ਦਿੱਲੀ ਦੇ ਵਿੱਚ ਪੋਲੂਸ਼ਨ ਬਹੁਤ ਹੋ ਰਿਹਾ ਹੈ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਸੰਘੇੜਾ ਸਾਹਿਬ ਨੂੰ ਤਾਂ ਮੇਰੇ ਖਿਆਲ ਪਤਾ ਤਾਂ ਹੋਏਗਾ, ਲੇਕਿਨ ਹੁਣ ਜਵਾਬ ਤਾਂ ਕੋਈ ਦੇਣਾ ਹੀ ਹੈ ਨਾ, ਇਸ ਕਰਕੇ ਮੁਸ਼ਕਿਲ ਉਹਨਾਂ ਨੂੰ ਹੈਗੀ ਹੈ। ਕੋਈ ਨਵੀਂ ਗੱਲ ਨਹੀਂ ਹੈਗੀ। ਮੈਂ ਪੜ੍ਹ ਲਿਆ, ਕੇਜਰੀਵਾਲ ਕਦੇ ਪੰਜਾਬ ਦਾ ਹੋ ਹੀ ਨਹੀਂ ਸਕਦਾ। ਮੈਂ ਕਿਉਂ? ਕਾਰਨ ਕੀ ਹੈਗਾ? ਪਹਿਲਾਂ ਕੇਜਰੀਵਾਲ ਨੇ ਪੰਜਾਬ ਨੂੰ ਦੋਸ਼ੀ ਠਹਿਰਾਇਆ ਕਿ ਦਿੱਲੀ ਦੇ ਵਿੱਚ ਪੋਲੂਸ਼ਨ ਜਾਂਦੀ ਹੈ ਪਰਾਲੀ ਸਾੜਨ ਦੀ, ਕਣਕ ਦਾ ਨਾੜ ਸਾੜਨ ਦੀ। ਦਿੱਲੀ ਦੇ ਵਿੱਚ ਪੋਲੂਸ਼ਨ ਇਸ ਕਰਕੇ ਹੁੰਦੀ ਹੈਗੀ ਹੈ। ਕੱਲ ਨੂੰ ਰਿਟ ਹੋਰ ਵੀ ਪਾ ਸਕਦੇ ਨੇ ਸੁਪਰੀਮ ਕੋਰਟ ਦੇ ਵਿੱਚ ਕਿ ਪੰਜਾਬ ਝੋਨਾ ਲਾਉਣਾ ਹੀ ਬੰਦ ਕਰ ਦਿਓ, ਪੰਜਾਬ 'ਚ ਕਣਕ ਬੀਜਣੀ ਬੰਦ ਕਰ ਦਿਓ। ਤੇ ਇਸੇ ਤਰ੍ਹਾਂ ਜਦੋਂ ਦਿੱਲੀ ਕਰੋਨਾ ਦੇ ਕੇਸ ਆਏ ਸੀਗੇ, ਉੱਥੇ ਮੁਸ਼ਕਲ ਹੋ ਗਈ ਸੀ ਖੜੀ, ਜਿਹੜਾ ਚਰਮਰਾ ਗਿਆ ਸੀ ਇਹਨਾਂ ਦਾ ਜਿਹੜਾ ਮੈਡੀਕਲ ਸਿਸਟਮ ਹੈਗਾ, ਹਸਪਤਾਲ ਜਿਹੜੇ ਹੈਗੇ, ਬੈੱਡਾਂ ਦੀ ਪ੍ਰੋਬਲਮ ਆ ਰਹੀ ਸੀ, ਉਹਦਾ ਵੀ ਕੇਜਰੀਵਾਲ ਨੇ ਆਰਡਰ ਕਰਤਾ ਸੀਗਾ ਕਿ ਬਾਹਰੋਂ
ਪੰਜਾਬ ਤੋਂ ਜਾਂ ਹਰਿਆਣੇ ਤੋਂ ਕੋਈ ਵੀ ਬੰਦਾ ਬਿਮਾਰ ਜਿਹੜਾ ਪੇਸ਼ੈਂਟ ਹੈਗਾ ਉਹ ਦਿੱਲੀ ਦੇ ਵਿੱਚ ਚਲੋ ਆਪਾਂ ਮੁੱਦੇ ਤੇ ਰਹੀਏ ਨਾ, ਇੱਧਰ ਉੱਧਰ ਨਾ ਜਾਈਏ। ਅੱਛਾ ਇੱਕ ਗੱਲ ਸੋ ਦੱਸੋ, ਇਸੇ ਜਿਹੜਾ ਇਹ ਲੌਜੀਕ ਮੇਰਾ ਕਹਿਣ ਦਾ ਮਤਲਬ ਇਹ ਹੈਗਾ, ਜਿਹੜਾ ਸਰਕਾਰ ਦਾ ਲੌਜਿਕ ਹੈ ਆਮ ਆਦਮੀ ਕਿ ਪਾਰਟੀ ਦਿੱਲੀ- ਸਰਕਾਰ ਦਾ ਕਿ ਪ੍ਰਦੂਸ਼ਣ ਫੈਲਾਉਂਦੇ ਨੇ, ਪ੍ਰਦੂਸ਼ਣ ਤਾਂ ਫੈਲਾਉਂਦੇ ਹੀ ਨਹੀਂ ਨਾ ਇਹ ਥਰਮਲ ਪਲਾਂਟ ਨੇ, ਪਰ ਕੀ ਇਹਦਾ ਧੂਆਂ ਦਿੱਲੀ ਤੱਕ ਜਾਂਦਾ ਹੈ ਜਾਂ ਇਹਨਾਂ ਥਰਮਲ ਪਲਾਂਟਾਂ ਦੀ ਮਾਰ ਦਿੱਲੀ ਤੱਕ ਜਾਂਦੀ ਹੈ? ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਇਹ ਵਾਕਈ ਇਸ ਲੌਜਿਕ ਦੇ ਵਿੱਚ ਕੋਈ ਦਮ ਨਜ਼ਰ ਆਉਂਦਾ ਤੁਹਾਨੂੰ? ਦੇਖੋ ਬਿਲਕੁਲ ਕੋਲ ਬੇਸ ਜਿਹੜੇ ਥਰਮਲ ਪਲਾਂਟਸ ਨੇ ਪੋਲਿਊਸ਼ਨ ਫੈਲਾਉਂਦੇ ਨੇ, ਬਿਲਕੁਲ ਇਹ ਜਿਹੜੀ ਸਾਇੰਟਿਫਿਕ ਸਟੱਡੀ ਹੈਗੀ ਹੈ, ਲੇਕਿਨ ਪੰਜਾਬ ਦੇ ਥਰਮਲ ਪਲਾਂਟ ਜਿਹੜੇ ਹੈਗੇ ਹੈ ਉਹ ਦਿੱਲੀ ਜਾ ਕੇ ਪੋਲਿਊਸ਼ਨ ਕਰਦੇ ਨੇ, ਇਹ ਗੱਲ ਹਜਮ ਨਹੀਂ ਹੁੰਦੀ ਹੈਗੀ। ਤੇ ਖਾਸ ਕਰ ਟਾਰਗੇਟ ਪੰਜਾਬ ਦੇ ਜਿਹੜੇ ਹੈਗੇ ਚਾਰ ਪਲਾਂਟਸ ਨੂੰ ਜਿਹੜਾ ਹੈਗਾ ਮੇਨ ਜਿਹਨਾਂ ਨੇ ਸਪੈਸੀਫਾਈ ਕੀਤਾ ਬੰਦ ਕਰਨ ਵਾਸਤੇ ਕਿਹਾ ਹੈਗਾ। ਸੋ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ, ਮੈਂ ਤਾਂ ਹੀ ਉਹ ਕਹਿਣਾ ਨਾ ਕਿ ਦਿੱਲੀ ਦੀ ਜਿਹੜੀ ਮੁਸ਼ਕਿਲ ਹੈਗੀ ਹੈ ਉਹਨੂੰ ਪੰਜਾਬ ਨੂੰ ਦੋਸ਼ੀ ਠਹਿਰਾਉਣਾ, ਕੇਜਰੀਵਾਲ ਦਾ ਜਿਹੜਾ ਪੰਜਾਬ ਵਿਰੋਧੀ ਜਿਹੜਾ ਫੇਸ ਹੈਗਾ ਉਹ ਸਾਹਮਣੇ ਆਉਂਦਾ ਹੈਗਾ। ਚਲੋ ਇੱਕ ਮਿੰਟ ਵਾਪਸ ਆਣਾ, ਮੈਂ ਰਿਐਕਸ਼ਨ ਲੈ ਲਾ ਬਾਕੀਆਂ ਤੋਂ ਵੀ, ਫਿਰ ਵਾਪਸ ਆਣਾ। ਮੈਂ ਤੁਹਾਡੀ ਗੱਲ ਸਮਝ ਗਿਆ, ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਜਿਹੜੀ ਹੈਗੀ ਹੈ। ਠੀਕ ਹੈ, ਇੱਕ ਮਿੰਟ ਸੰਗੜਾ ਸਾਹਿਬ ਇਕੱਠੇ ਹੀ ਜਵਾਬ ਦੇ ਦਿਓ। ਮੈਂ ਬਰਾੜ ਸਾਹਿਬ ਤੋਂ ਵੀ ਕਰੈਕਸ਼ਨ ਲੈਣਾ, ਇਕੱਠੇ ਹੀ ਜਵਾਬ ਲੈਣਾ। ਬਰਾੜ ਸਾਹਿਬ, ਜਿਹੜੀ ਗੱਲ ਸੰਗੜਾ ਸਾਹਿਬ ਕਹਿ ਰਹੇ ਨੇ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਉਹ ਆਪ ਮੰਨਦੇ ਨੇ ਕਿ ਪੰਜਾਬ ਦੇ ਥਰਮਲ ਪਾਵਰ ਪਲਾਂਟ ਜਾ ਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲਾਉਂਦੇ ਹੋਣ, ਪਰ ਇਹ ਲੱਗਦਾ ਨਹੀਂ ਤੁਹਾਨੂੰ ਕਿ ਥੋੜਾ ਕਿਰਕਰੀ ਜੀ ਹੋ ਜਾਂਦੀ ਹੈ ਕਿ ਤੁਸੀਂ ਅਦਾਲਤਾਂ ਦੇ ਵਿੱਚ ਇਹ ਕਹਿੰਦੇ ਰਹੋ ਕਿ ਇਹ ਥਰਮਲ ਪਲਾਂਟ ਸਾਡੇ ਇੱਥੇ ਪ੍ਰਦੂਸ਼ਣ ਫੈਲਾ ਰਹੇ ਨੇ, ਇਹਨਾਂ ਨੂੰ ਬੰਦ ਕੀਤਾ ਜਾਵੇ? ਇੱਕ ਹੋਰ ਇਹਦੇ ਵਿੱਚ ਵਾਅਦਾ ਕਰ ਦੇਵਾਂ, ਸ਼ਾਇਦ ਮੈਂ ਭੁੱਲ ਨਾ ਜਾਵਾਂ, ਸਿਰਫ ਪੰਜਾਬ ਹੀ ਨਹੀਂ, ਹਰਿਆਣਾ ਤੇ ਉੱਤਰ ਪ੍ਰਦੇਸ਼ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਇਹ ਇਹਨਾਂ ਦੇ ਥਰਮਲ ਪਲਾਂਟ ਵੀ ਬੰਦ ਕੀਤੇ ਜਾਣ। ਸਿਰਫ ਪੰਜਾਬ ਦੀ ਗੱਲ ਨਹੀਂ ਕੀਤੀ ਸੰਗੇੜਾ ਸਾਹਿਬ, ਉੱਤਰ ਪ੍ਰਦੇਸ਼ ਤੇ ਨੋਇਡਾ ਦੇ ਨੇੜੇ ਤੇੜੇ ਜਿੰਨੇ ਵੀ ਥਰਮਲ ਪਲਾਂਟ ਨੇ, ਉੱਤਰ ਪ੍ਰਦੇਸ਼ ਤੇ ਹਰਿਆਣਾ, ਇਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਕਿ ਇਹਨਾਂ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ। ਇਹ ਵਾਕਈ ਤੁਹਾਨੂੰ ਲੱਗਦਾ ਬਰਾੜ ਸਾਹਿਬ ਵਾਤਾਵਰਣ ਸੰਬੰਧੀ ਤਾਂ ਜਾਗਰੂਕ ਹੋਣਾ ਹੀ ਪਏਗਾ ਨਾ? ਇਹ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਦਾਂ ਦਾ ਕੁਝ ਰਿਟ ਪਾਈ ਹੈ ਤਾਂ ਉਹ ਆਪਣੇ ਲੋਕਾਂ ਦੇ ਪ੍ਰਤੀ ਫਿਕਰਮੰਦ ਤਾਂ ਹੈ ਹੀ ਨੇ। ਦੇਖੋ ਹਰਪ੍ਰੀਤ ਜੀ, ਮੈਂ ਬੇਨਤੀ ਕਰਦਿਆਂ ਪਹਿਲਾਂ ਤਾਂ ਜਿਹੜਾ PIL ਕਿਵੇਂ ਹੋਈ ਕਿਵੇਂ ਨਹੀਂ, ਰਿਟ ਪਟੀਸ਼ਨ ਨੰਬਰ 705/2021 ਦੀ ਜਿਹੜੀ ਹੈਗੀ ਹੈ ਇਹ ਰਿਟ ਪਟੀਸ਼ਨ ਹੈ। ਸੈਕਸ਼ਨ PIL ਦੇ ਵਿੱਚ ਕਿਵੇਂ ਚੱਕੀ ਆ, PIL/W ਲਿਖਿਆ, ਹੋ ਸਕਦਾ ਕੋਰਟਾਂ ਦੇ ਜਿਹੜੇ ਕੰਮ ਜਿਹੜੇ ਆ ਸੀਮਤ ਕੀਤੇ ਆ ਉਹਦੇ ਕਰਕੇ ਜਿਹੜੀ PIL ਵਾਲੇ ਪਾਸੇ ਸੁਣਵਾਈ ਹੋਈ ਹੋਵੇ। ਹੈ ਸਿਵਲ ਰਿਟ ਪਟੀਸ਼ਨ ਹੀ, ਸੰਘੇੜਾ ਸਾਹਿਬ ਇਹ ਵੀ ਠੀਕ ਕਿਹਾ ਤੁਸੀਂ, ਪਰ ਹੈ ਸਿਵਲ ਰਿਟ ਪਟੀਸ਼ਨ ਹੀ ਇੱਕ ਗੱਲ। ਔਰ ਜਿਹੜਾ ਹੈਡਿੰਗ ਆ ਉਹ ਵੀ ਮੈਂ ਸੁਣਾ ਦਿੰਦਾ, ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ NCT ਆਫ ਦਿੱਲੀ ਵਰਸਸ ਯੂਨੀਅਨ ਆਫ ਇੰਡੀਆ, ਮਤਲਬ ਦਿੱਲੀ ਦੀ ਸਰਕਾਰ ਵਰਸਸ ਭਾਰਤ ਸਰਕਾਰ ਸੀ ਇੱਕ ਗੱਲ। ਔਰ ਜਿਹੜੀ ਗੱਲ ਤੁਸੀਂ ਸਪਸ਼ਟ ਕਰਤੀ ਹੈ, ਪੰਜਾਬ ਦੇ 5 ਥਰਮਲ ਪਲਾਂਟਾਂ ਸਮੇਤ ਹਰਿਆਣਾ ਤੇ UP ਦੇ ਵੀ ਕੁਝ ਥਰਮਲ ਪਲਾਂਟ, 10 ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਲਈ ਇਹ ਪਟੀਸ਼ਨ ਜਿਹੜੀ ਹੈ ਇਹ ਪਾਈ ਗਈ ਸੀ। ਹੁਣ ਇੱਕ ਪਾਸੇ ਤਾਂ ਕਹਿੰਦੇ ਆ ਜੀ ਬਿਜਲੀ ਅਸੀਂ 24 ਘੰਟੇ ਕਰਨੀ ਹੈ, ਉਹ 24 ਘੰਟੇ ਕਿਹੜੀ ਸੈਟੇਲਾਈਟ ਤੋਂ ਲੈ ਆਉਂਗੇ ਜੇ ਤੁਸੀਂ ਆਹ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ? ਅੱਜ ਸਾਡੇ ਪੰਜਾਬ ਸੂਬੇ ਦੇ ਵਿੱਚ ਮੇਰੇ ਖਿਆਲ ਲਗਭਗ 6 ਥਰਮਲ ਪਲਾਂਟ ਜਿਹੜੇ ਸੀਗੇ ਉਹ ਕੋਇਲੇ ਤੇ ਚੱਲਦੇ ਸੀ, ਇੱਕ ਬਠਿੰਡੇ ਕਾਂਗਰਸ ਦੀ ਗਵਰਨਮੈਂਟ ਨੇ ਬੰਦ ਕਰਤਾ ਤੇ ਬਾਕੀ ਮੇਰੇ ਖਿਆਲ 5 ਹੀ ਹੈ। ਤੇ ਜੇ 5 ਬੰਦ ਹੋ ਜਾਣਗੇ ਤੇ ਸਾਡੇ ਪੰਜਾਬ ਨੂੰ ਤਾਂ ਤਬਾਹ ਕਰਨ ਵਾਲੀ ਗੱਲ ਹੈ। ਇਹ ਇਕੱਲਾ ਇੱਥੇ ਹੀ ਨਹੀਂ, ਕੇਜਰੀਵਾਲ ਸਾਹਿਬ ਦਾ ਹਰ ਫੈਸਲਾ ਖਾਸ ਕਰਕੇ ਪੰਜਾਬ ਦੇ ਤੇ ਸਿੱਖਾਂ ਦੇ ਉਲਟ ਹੁੰਦਾ ਹੈ। ਜੇ ਤੁਸੀਂ SYL ਵਾਲੀ ਗੱਲ ਚੱਕ ਲਓ, ਸੁਪਰੀਮ ਕੋਰਟ ਦੇ ਵਿੱਚ ਲਿਖ ਕੇ ਐਫੀਡੇਵਿਟ ਜਿਹੜਾ ਹੈਗਾ ਉਹ ਵੀ ਪੰਜਾਬ ਦੇ ਅਗੇਂਸਟ ਦਿੱਤਾ ਕਿ ਦਿੱਲੀ ਨੂੰ ਪਾਣੀ ਮਿਲਣਾ ਚਾਹੀਦਾ। SYL ਦੇ ਮੁੱਦੇ ਤੇ ਜੇ ਬਿਆਨ ਦਿੱਤਾ, ਪੰਜਾਬ ਦੇ ਵਿੱਚ ਹੋਰ ਦਿੱਤਾ, ਹਰਿਆਣੇ ਦੇ ਵਿੱਚ ਹੋਰ ਦਿੱਤਾ, ਦਿੱਲੀ ਜਾ ਕੇ ਕਹਿੰਦੇ ਫਿਰ ਦਿੱਲੀ ਨੂੰ ਵੀ ਪਾਣੀ ਮਿਲਣਾ ਚਾਹੀਦਾ। ਔਰ ਵੱਡਾ ਸਬੂਤ ਹੈਗਾ ਐਂਟੀ ਸਿੱਖ ਤੇ ਐਂਟੀ ਪੰਜਾਬ ਦਾ। ਭਾਵੇਂ ਕਾਂਗਰਸ ਪਾਰਟੀ ਨੇ ਬੜੇ ਅਤਿਆਚਾਰ ਕੀਤੇ ਆ ਸਿੱਖਾਂ ਤੇ, ਫਿਰ ਵੀ ਇੱਕ ਅੱਧੇ ਸਿੱਖ ਨੂੰ ਉੱਥੇ ਮੰਤਰੀ ਬਣਾ ਕੇ ਰੱਖਦੇ ਸੀ। ਕੱਲੀ ਕੇਜਰੀਵਾਲ ਦੀ ਤੀਜੀ ਸਰਕਾਰ ਲਗਾਤਾਰ ਐਸੀ ਹੈ ਜਿਹਦੇ ਵਿੱਚ ਸਿੱਖ ਚਿਹਰਾ ਨੇੜੇ ਤੱਕ ਨਹੀਂ ਢੁੱਕਣ ਦਿੱਤਾ। ਇਸ ਕਰਕੇ ਇਹ ਪੰਜਾਬ ਨੂੰ ਲੁੱਟਣ ਦੇ ਬਹਾਨੇ ਨਾਲ ਕੋਈ ਨਾ ਕੋਈ ਨਵੇਂ ਸਬਜ਼-ਬਾਗ ਵਿਖਾਉਂਦੇ ਆ, ਪਰ ਕੋਈ ਕਰਤੂਤਾਂ ਐਸੀਆਂ ਕਰ ਬੰਦੇ ਆ ਜਿਹੜੀ ਚੋਰੀ ਫੜੀ ਜਾਂਦੀ ਹੈ। ਹੁਣ ਮਾਨਯੋਗ ਸੁਪਰੀਮ ਕੋਰਟ ਦੇ ਐਡੀ ਵੱਡੀ ਰਿਟ ਪਟੀਸ਼ਨ ਨੂੰ ਵੀ ਜੇ ਹਲੇ ਤੱਕ ਆਪ ਦਾ ਜਿਹੜਾ ਪ੍ਰਵਕਤਾ ਹੈ ਸੰਘੇੜਾ ਸਾਹਿਬ ਉਹ ਐਵੇਂ ਗੋਗਲੂਆਂ ਤੋਂ ਮਿੱਟੀ ਝਾੜ ਲੈਣ, ਤੇ ਇਹ ਤਾਂ ਮੇਰਾ ਖਿਆਲ ਫਿਰ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੋਈ ਨਾ। ਇੱਕ ਪਾਸੇ ਤੁਸੀਂ ਥਰਮਲ ਬੰਦ, ਤੁਸੀਂ NGT ਦਾ ਕਰਕੇ ਹੀ ਲੈ ਲਓ, ਤੁਸੀਂ ਕਹਿੰਦੇ ਆ ਪ੍ਰਦੂਸ਼ਣ ਦਾ ਕਰਕੇ ਹੀ ਲੈ ਲਓ। ਉਹ ਭਾਈਆ ਜਿਹੜੇ ਪੰਜਾਬ 'ਚ ਬੈਠੇ ਫਿਰ ਅਸੀਂ ਤਾਂ ਮਰੇ ਨਹੀਂ ਗਏ, ਦਿੱਲੀ ਵਾਲੇ ਕਿਵੇਂ ਮਰ ਜਾਣਗੇ ਸਾਡੇ ਪ੍ਰਦੂਸ਼ਣ ਨਾਲ? ਉਦੋਂ ਪਰਾਲੀ ਦੇ ਧੂਏ ਨਾਲ ਵੀ ਕਹਿੰਦੇ ਸੀ ਪੰਜਾਬ ਦਾ ਜਿਹੜਾ ਸੀਗਾ ਧੂਆਂ ਆਉਂਦਾ, ਜੇ ਪੰਜਾਬ ਦਾ ਨਾਪਿਆ ਉਦੋਂ ਘੱਟ ਸੀਗਾ, ਦਿੱਲੀ ਦਾ ਪ੍ਰਦੂਸ਼ਣ ਉਦੋਂ ਜ਼ਿਆਦਾ ਸੀਗਾ। ਇਸ ਕਰਕੇ ਮੈਂ ਸਮਝਦਾ ਕਿ ਪਤਾ ਨਹੀਂ ਕੀ ਨਫ਼ਰਤ ਭਰੀ ਹੈ
ਕੇਜਰੀਵਾਲ ਸਾਹਿਬ ਦੇ ਅੰਦਰ ਹਮੇਸ਼ਾ ਪੰਜਾਬ ਦੇ ਐਂਟੀ, ਸਿੱਖਾਂ ਦੇ ਐਂਟੀ ਐਸੀਆਂ ਗੱਲਾਂ ਕਰਦੇ ਰਹਿੰਦੇ ਆ ਜਿਹਦਾ ਕੋਈ ਮੂੰਹ ਸਿਰ ਪੈਰ ਹੀ ਨਹੀਂ ਹੁੰਦਾਗਾ ਕੋਈ। ਚਲੋ ਮੈਂ ਜਵਾਬ ਸੰਘੇੜਾ ਸਾਹਿਬ ਤੋਂ ਲੈ ਲੈਣਾ, ਇੱਕ ਵਾਰ ਪ੍ਰੋਫੈਸਰ ਮਨਜੀਤ ਹੋਰਾਂ ਦਾ ਵੀ ਰਿਐਕਸ਼ਨ ਲੈ ਲਈਏ, ਇਕੱਠੇ ਜਵਾਬ ਸੰਘੇੜਾ ਸਾਹਿਬ ਤੋਂ ਲੈਣੇ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਅਜਿਹੀਆਂ ਗੱਲਾਂ ਆਉਂਦੀਆਂ ਕਿੱਥੋਂ ਨੇ ਕਿ ਆ ਫਲਾਣੇ ਦਾ ਅਸੀਂ ਜੇ ਯੂਨਿਟ ਬੰਦ ਕਰਾ ਦਾਂਗੇ ਤਾਂ ਸਾਡੇ ਇੱਥੇ ਵਾਤਾਵਰਣ ਸਾਫ਼ ਹੋ ਜਾਏਗਾ। ਪਰ ਸਵਾਲ ਤਾਂ ਇਹ ਖੜਾ ਹੁੰਦਾ ਨੇ ਕਿ ਪੰਜਾਬ ਦੇ ਲੋਕ ਨਹੀਂ ਰਹਿੰਦੇ, ਪੰਜਾਬ ਦੇ ਲੋਕ ਵੀ ਇੱਥੇ ਰਹਿੰਦੇ ਨੇ। ਜੇਕਰ ਇਹਨਾਂ ਥਰਮਲ ਪਲਾਂਟਾਂ ਤੋਂ ਪ੍ਰਦੂਸ਼ਣ ਹੋ ਰਿਹਾ ਹੋਵੇ ਤਾਂ ਸਭ ਤੋਂ ਵੱਡੀ ਮਾਰ ਤਾਂ ਪਹਿਲਾਂ ਪੰਜਾਬ ਨੂੰ ਪਵੇਗੀ। ਇਸ ਲਈ ਜਿਹੜਾ ਕਾਂਗਰਸ ਐਲੀਗੇਸ਼ਨ ਲਗਾ ਰਹੀ ਹੈ ਕਿ ਸਾਡੀ ਸਰਕਾਰ ਨੂੰ ਬਦਨਾਮ ਕਰਨਾ, ਪੰਜਾਬ ਨੂੰ ਬਦਨਾਮ ਕਰਨਾ, ਇਹ ਕੰਮ ਆਮ ਆਦਮੀ ਪਾਰਟੀ ਨੇ ਕੀਤਾ। ਇਸ ਤੇ ਰਿਐਕਸ਼ਨ ਮੈਂ ਸੰਘੇੜਾ ਸਾਹਿਬ ਦੇ ਲਾਂਗਾ, ਪ੍ਰੋਫੈਸਰ ਸਾਹਿਬ ਦਾ ਇੱਕ ਰਿਐਕਸ਼ਨ ਲੈ ਲੈਣੇ। ਹਰਪ੍ਰੀਤ ਜੀ, ਜਿਹੜਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਯੂਨਿਟ ਆ, ਉਹਦੀਆਂ ਬੜੀਆਂ ਦਿੱਕਤਾਂ ਰੋਜ਼ ਸਾਨੂੰ ਦੇਖਣ ਨੂੰ ਮਿਲਦੀਆਂ। ਕੱਲ ਇੱਕ ਉਹਨਾਂ ਦਾ ਜਿਹੜਾ ਪ੍ਰਵਕਤਾ ਇਹ ਬੋਲ ਰਿਹਾ ਸੀ, ਉਹਨੇ ਕਿਤੇ SYL ਦਾ ਨਾਂ ਲੈ ਦਿੱਤਾ। ਜਿਹੜਾ ਐਂਕਰ ਸੀ ਉਹ ਫਟ ਦੇਣੀ, ਉਹਨੇ ਕਿਹਾ ਵੀ ਤੁਸੀਂ ਆ ਜੋ ਹੁਣ ਬਰਾੜ ਸਾਹਿਬ ਕਹਿ ਰਹੇ ਆ ਵੀ ਤੁਸੀਂ ਤਾਂ ਉੱਥੇ ਜਾ ਕੇ ਆਪਣੇ ਇਹੋ ਜਿਹੇ ਐਫੀਡੇਵਿਟ ਦਿੰਦੇ ਆ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ, ਇੱਥੇ ਆ ਕੇ ਕਹਿੰਦੇ ਕਿ ਤੁਸੀਂ SYL ਨਹੀਂ ਹੋਣੀ ਚਾਹੀਦੀ, ਅਸੀਂ ਉਹਦੇ ਵਿਰੁੱਧ ਆ, ਪੰਜਾਬ ਦਾ ਯੂਨਿਟ ਵਿਰੁੱਧ ਆ। ਫਿਰ ਆ ਹੁਣ ਜਦੋਂ ਥਰਮਲ ਦਾ ਆਇਆ, ਪੰਜਾਬ ਦਾ ਯੂਨਿਟ ਤੇ ਕਹਿੰਦਾ ਆ ਜੀ ਹੋਣਾ ਚਾਹੀਦਾ ਆ, ਦਿੱਲੀ ਵਾਲੇ ਕਹੀ ਜਾਂਦੇ ਤੇ ਅਸੀਂ ਕੀ ਕਰੀਏ। ਜਦੋਂ ਆਉਂਦੀ ਆ 300 ਯੂਨਿਟ ਫ੍ਰੀ ਕਰਦੀ, ਉਹ ਜਹਾਜ਼ ਤੇ ਚੜ੍ਹ ਕੇ ਸਪੈਸ਼ਲ ਇੱਥੇ ਅਨਾਉਂਸ ਕਰਨਾ ਹੁੰਦਾ ਵੀ ਤੁਸੀਂ ਆਪ ਕਰੋ ਨਾ, ਚੀਮਾ ਸਾਹਿਬ ਕਰਨਾ ਅਨਾਉਂਸ ਵੀ ਅਸੀਂ ਦਿਆਂਗੇ, ਤੁਸੀਂ ਪੰਜਾਬ ਦਾ ਯੂਨਿਟ ਆਪਣੀ ਸਰਸ਼ਨ ਕਰੋ। ਅਸੀਂ ਤਾਂ ਬੜੀ ਦੇਰ ਦੇ ਕਹਿ ਰਹੇ ਹਾਂ ਕਿ ਪੰਜਾਬ ਦੇ ਯੂਨਿਟ ਦੀ ਆਮ ਆਦਮੀ ਪਾਰਟੀ ਦੀ ਦਿੱਲੀ ਨਾਲੋਂ ਥੋੜੀ ਜਿਹੀ ਆਜ਼ਾਦੀ ਲੈ ਲਓ। ਇਹੀ ਗੱਲ ਖਹਿਰਾ ਸਾਹਿਬ ਨਾਲ ਵੀ ਮੈਂ ਕਿੰਨੀ ਵਾਰੀ ਕਹੀ, ਉਹਨਾਂ ਨੇ ਕੋਸ਼ਿਸ਼ ਵੀ ਕੀਤੀ, ਉਹ ਉਲਟੀ ਪੈ ਗਈ, ਉਹ ਗੱਲ ਅਲੱਗ ਹੈਗੀ। ਇਹ ਉਸੇ ਕੋਸ਼ਿਸ਼ ਵਿੱਚੋਂ ਸੀਗੀ ਆਪਣਾ ਸਿੰਗੜਾ ਸਾਹਿਬ। ਇਸ ਲਈ ਤੁਹਾਡੀਆਂ ਗੱਲਾਂ ਠੀਕ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਜਾਂ ਪੰਜਾਬ ਦੇ ਯੂਨਿਟ ਨੂੰ, ਆਮ ਆਦਮੀ ਪਾਰਟੀ ਦੇ ਨੂੰ ਕੀ ਕਰਨਾ ਚਾਹੀਦਾ, ਪਰ ਇਹ ਪਾਰਟੀ ਚੱਲਦੀ ਇਕੱਲੇ ਕੇਜਰੀਵਾਲ ਦੇ ਨਾਂ ਤੇ ਆ। ਇੱਥੇ ਮੈਨੂੰ ਦੱਸੋ ਤਾਂ ਤੁਸੀਂ, ਤੁਹਾਡੇ ਕੋਲ ਕਿਹੜੇ ਜਿਹੜੇ ਵੱਡੇ ਲੀਡਰ ਆ ਅੱਜ ਕੇਜਰੀਵਾਲ ਨੂੰ ਕਹਿ ਗਏ ਖਬਰਦਾਰ ਜੇ ਤੇ SYL ਦਾ ਨਾਂ ਲਿਆ, ਖਬਰਦਾਰ ਸਾਡੇ ਥਰਮਲ ਪਲਾਂਟਾਂ ਦਾ ਨਾਂ ਲਿਆ, ਦਿਓ ਪਬਲਿਕ ਸਟੇਟਮੈਂਟ। ਤੁਸੀਂ ਨਹੀਂ ਦਿਓਗੇ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੀ ਡਿਪੈਂਡੈਂਸ ਹੀ ਦਿੱਲੀ ਦੀ ਲੀਡਰਸ਼ਿਪ ਦੇ ਉੱਤੇ ਆ। ਉਹਨਾਂ ਹੀ ਸਾਰੇ ਤੁਹਾਡੇ MLA ਦੀਆਂ ਉੱਥੇ ਟਿਕਟਾਂ ਫਾਈਨਲ ਕਰਨੀਆਂ, ਇੱਥੇ ਤੁਸੀਂ ਕੁਝ ਨਹੀਂ ਕਰਨਾ। ਤੇ ਫਿਰ ਉਹ ਜਿਹੜੇ ਪਾਣੀ ਕੇਜਰੀਵਾਲ ਦਾ ਭਰਨਗੇ ਕਿ ਤੁਹਾਡੀ ਗੱਲ ਸੁਣਨਗੇ? ਇਹੀ ਸਾਡੀ ਲੜਾਈ ਰਹੀ ਹੈ ਲਗਾਤਾਰ ਹਰਪ੍ਰੀਤ ਜੀ ਇਹਨਾਂ ਦੇ ਨਾਲ ਕਿ ਪੰਜਾਬ ਦੇ ਵਿੱਚ ਹੋ ਕੇ ਤੁਸੀਂ ਪੰਜਾਬੀ ਹੋ ਕੇ ਇੱਥੇ ਆਪਣੇ ਫੈਸਲੇ ਆਪ ਲੈਣੇ ਸਿੱਖੋ, ਉਹਨਾਂ ਦੀ ਵੀ ਗੱਲ ਸੁਣੋ। ਕੋਈ ਇਨਡਿਸਪਲਿਨ ਨਹੀਂ ਸੀਗਾ, ਕਰਦੇ ਹੀ ਨਹੀਂ ਹੈ। ਆ ਹੁਣ ਬੰਦੇ ਆਉਣੇ ਆ, ਪਾਰਟੀ ਦਾ ਕੋਈ ਇੱਥੇ ਰੋਲ ਨਹੀਂ ਹੋਣਾ। ਪ੍ਰੋਫੈਸਰ ਸਾਹਿਬ ਇੱਕ ਗੱਲ ਦੱਸੋ ਨਾ, ਇਹ ਪਾਰਟੀ ਦਿੱਲੀ ਦੇ ਵਿੱਚ ਵੀ ਹੈ, ਪਾਰਟੀ ਪੰਜਾਬ ਦੇ ਵਿੱਚ ਵੀ ਹੈ, ਉਹਨਾਂ ਤੇ ਤਾਂ ਦੋਵੇਂ ਧਿਰਾਂ ਨੂੰ ਦੇਖਣਾ ਨਾ। ਦਿੱਲੀ ਦੇ ਲੋਕਾਂ ਨੂੰ ਵੀ ਤਾਂ ਦੇਖਣਾ, ਉਹਨਾਂ ਦੀ ਵੀ ਤਾਂ ਜਵਾਬਦੇਹੀ ਹੈਗੀ, ਉਹਨਾਂ ਤੋਂ ਵੋਟਾਂ ਲੈ ਕੇ ਸਰਕਾਰ ਬਣਾਈ ਹੈ। ਜੇ ਪੰਜਾਬ ਦੇ ਹਿੱਤ ਦੇਖਦੇ ਨੇ ਤਾਂ ਦਿੱਲੀ ਦੇ ਹਿੱਤ ਅਣਗੋਲਿਆਂ ਹੋ ਜਾਂਦੇ ਨੇ, ਜੇ ਦਿੱਲੀ ਦੇ ਹਿੱਤ ਦੇਖਦੇ ਨੇ ਤਾਂ ਪੰਜਾਬ ਦੇ ਹਿੱਤ ਅਣਗੋਲਿਆਂ ਹੋ ਜਾਂਦੇ ਨੇ। ਬੈਲੈਂਸ ਕਿਵੇਂ ਰਵੇ ਫਿਰ? ਤੁਸੀਂ ਦੂਜਿਆਂ ਤੋਂ ਵੀ ਸੁਣ ਲਿਆ, ਕੀ ਕੋਈ ਸਾਇੰਟੀਫਿਕ ਸਟੱਡੀ ਹੈਗੀ ਹੈ ਇਹਨਾਂ ਕੋਲ ਕਿ ਤੁਸੀਂ ਇੱਥੇ ਜਿਹੜਾ ਝੋਨੇ ਦਾ ਜਿਹੜੀ ਪਰਾਲੀ ਜਾਂ ਹੋਰ ਫੂਕਦੇ ਆ, ਕੋਈ ਇਹ ਦੱਸਣ ਨਾ ਗਿਆ ਸਾਇੰਟੀਫਿਕ ਸਟੱਡੀ ਹੈ ਕਿ ਇੰਨਾ ਧੂਆਂ ਸਾਡੇ ਕੋਲੋਂ ਸਾਰਾ ਹਰਿਆਣਾ ਕ੍ਰਾਸ ਕਰਕੇ ਉੱਥੇ ਦਿੱਲੀ ਚਲਾ ਗਿਆ ਤੇ ਜਾ ਕੇ ਉਹਨਾਂ ਦੇ ਉੱਥੇ ਨੱਕ 'ਚ ਦਮ ਕਰ ਦਿੱਤਾ। ਅਸੀਂ ਇੱਥੇ ਬੈਠੇ ਹਾਂ, ਸਾਨੂੰ ਨਹੀਂ ਧੂਆਂ ਲੱਗਦਾ, ਸਾਨੂੰ ਲੱਗਦਾ ਸਾਡੀ ਪੋਲਿਊਸ਼ਨ ਵੀ ਹੁੰਦੀ ਹੈ, ਪਰ ਉਨੀ ਦਿੱਲੀ ਜਾਣੀ ਜਿੰਨੀ ਨਹੀਂ ਹੁੰਦੀ ਹੈਗੀ। ਇਸੇ ਤਰੀਕੇ ਨਾਲ ਥਰਮਲ ਪਲਾਂਟ ਦੀ ਪੋਲਿਊਸ਼ਨ ਹੈ ਸਾਰੀ ਜਗ੍ਹਾ। ਉਹ ਕੋਲਾ ਊਲਾ ਬਠਿੰਡੇ ਦੇ ਵਿੱਚ ਸਾਰੇ ਪਾਸੇ ਆਪਾਂ ਦੇਖਦੇ ਹਾਂ, ਉਹਦੇ ਨਾਲ ਜ਼ਮੀਨ ਤੇ ਵੀ ਅਸਰ ਹੁੰਦਾ, ਸਾਰੇ এনवायरमेंट ਤੇ ਹੁੰਦਾ ਆ। ਪਰ ਤੁਸੀਂ ਕਿਵੇਂ ਜਾਏਗਾ? ਤੁਸੀਂ ਪਰ ਮਜਬੂਰੀਆਂ ਚਲੋ ਕਰ ਰਹੇ ਆ। ਜਦੋਂ ਕਲੀਨ એનર્ਜੀ ਆ ਜੂਗੀ ਉਦੋਂ ਇਹ ਛੱਡ ਦਿੱਤਾ ਆਪਣੇ ਆਪ ਹੀ। ਇਹਦਾ ਮਤਲਬ ਮੈਂ ਲਾਸਟ ਗੱਲ ਇਹੀ ਕਹਿਣੀ ਚਾਹੁੰਦਾ ਕਿ ਕੀ ਫਿਰ ਜਿਹੜਾ ਥਰਮਲ ਪਲਾਂਟ, ਗੁਰੂ ਨਾਨਕ ਥਰਮਲ ਪਲਾਂਟ ਬਠਿੰਡੇ ਵਾਲਾ ਬੰਦ ਹੋਇਆ, ਫਿਰ ਕੇਜਰੀਵਾਲ ਨੂੰ ਤਾਂ ਵਧਾਈ ਭੇਜਣੀ ਚਾਹੀਦੀ ਸੀ ਪੰਜਾਬ ਨੂੰ, ਸ਼ੁਕਰਿਆ ਬੰਦ ਹੋਇਆ। ਇੱਥੇ ਦਾ ਯੂਨਿਟ ਕਹੀ ਜਾਂਦਾ ਹੈ ਕਿ ਨਹੀਂ ਉਹ ਤੇ ਬੜੀ ਮਾੜੀ ਗੱਲ ਹੈ, ਇੰਨੇ EMPLOYE ਫ੍ਰੀ ਹੋ ਗਏ, ਉਹ ਚੱਲਣਾ ਚਾਹੀਦਾ ਸੀ। ਉਹ 1920-30 ਤੱਕ ਉਹਦੀ ਰਿਪੇਅਰ ਦਾ ਸਮਝੌਤਾ ਕੀਤਾ ਹੋਇਆ ਸੀ। ਉਹ ਇਹ ਸਟੈਂਡ ਲੈਂਦੇ ਕਿਉਂ ਕੀਤਾ ਜੀ ਕਾਂਗਰਸ ਨੇ? ਕਿਉਂ ਮਨਪ੍ਰੀਤ ਬਾਦਲ ਨੇ ਕੀਤਾ? ਅਦਾਲਤ 'ਚ ਪਾ ਰਹੇ ਕਿ ਬੰਦ ਕਰੋ। ਹਾਂ, ਉਹ ਕਹਿੰਦੇ ਆ ਕਿ ਬੰਦ ਕਰੋ, ਸ਼ੁਕਰ ਕਰੋ, ਉਹ ਜਾ ਕੇ ਕੋਰਟਾਂ 'ਚ ਕਹਿ ਰਿਹਾ, ਇਹ ਇੱਥੇ ਕਹਿੰਦੇ ਕਿ ਖੁੱਲਾ ਰੱਖੋ। ਇਸ ਕਰਕੇ ਇਹ ਕਨਫਿਊਜ਼ਨ ਜਨਤਾ 'ਚ ਨਹੀਂ ਜਾਣਾ ਚਾਹੀਦਾ। ਹਾਂਜੀ ਸੰਘੇੜਾ ਸਾਹਿਬ ਤੁਸੀਂ ਉਹ ਪੜ੍ਹ ਵੀ ਲਿਆ ਹੋਣਾ ਆਰਡਰ, ਸਵੈਤ ਸਾਹਿਬ ਹੋਰਾਂ ਨੇ ਵੀ ਕਿਹਾ ਤੁਹਾਨੂੰ। ਹਾਂਜੀ ਦੱਸੋ। ਯੋਜਨਾਬੱਧ ਤਰੀਕੇ ਨਾਲ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਇਕੱਠੇ ਹੈਗੇ ਆ। ਪ੍ਰੋਫੈਸਰ ਮਨਜੀਤ ਸਿੰਘ ਵੀ ਉਹਨਾਂ ਦਾ ਸਾਥ ਦੇ ਰਹੇ ਆ। ਅਸੀਂ ਰਿਟ ਤਿਆਰ ਕਰਕੇ ਭੇਜੀ ਸਿੰਗੜਾ ਸਾਹਿਬ, ਇਹੋ ਜਿਹੀਆਂ ਗੱਲਾਂ ਤਾਂ ਘੱਟੋ ਘੱਟ ਯਾਰ। ਮੈਂ ਤੁਹਾਡੇ 'ਚ ਨਹੀਂ ਬੋਲਿਆ। ਚਲੋ ਇੱਕ ਮਿੰਟ ਗੱਲ ਕਰ ਲਓ। ਮੈਂ ਚਰਨਜੀਤ ਸਿੰਘ ਜੀ ਤੁਹਾਡੇ 'ਚ ਨਹੀਂ ਬੋਲਿਆ। ਹਾਂਜੀ ਸੰਘੇੜਾ ਸਾਹਿਬ ਬੋਲੋ। ਤੁਸੀਂ ਨਾਮ ਬੋਲਿਆ ਕਰੋ ਇਦਾਂ ਯਾਰ, ਫਿਰ ਆਪਾਂ ਬੋਲੋ ਸੰਘੇੜਾ ਸਾਹਿਬ, ਤੁਹਾਨੂੰ ਪੂਰਾ ਟਾਈਮ ਦੇ ਰਹੇ ਹਾਂ ਜੀ। ਬੋਲੋ ਸੰਘੇੜਾ ਸਾਹਿਬ। ਮੈਂ ਇਹ ਕਹਿੰਦਾ ਪ੍ਰੋਫੈਸਰ ਮਨਜੀਤ ਸਿੰਘ ਹੁਣਾਂ ਦਾ ਦੋਗਲਾ ਚਿਹਰਾ, ਤੁਸੀਂ ਐਜ ਸਪੈਸ਼ਲਿਸਟ ਹੋਣੇ ਪ੍ਰੋਫੈਸਰ ਸਾਹਿਬ, ਤੁਸੀਂ ਸਾਡੀ ਪਾਰਟੀ ਰਾਸ਼ਟਰੀ ਪਾਰਟੀ ਆ, ਸਾਡੇ ਰਾਸ਼ਟਰੀ ਕਨਵੀਨਰ ਸਾਡੇ ਕੋਲ ਆਉਂਦੇ ਆ, ਰਾਹੁਲ ਜੀ ਕਾਂਗਰਸ ਕੋਲ ਆਉਂਦੇ ਆ, ਤੁਹਾਨੂੰ ਕੀ ਤਕਲੀਫ ਹੁੰਦੀ ਆ ਜੀ?
ਹੈ ਸੰਘਣਾ ਤੁਸੀਂ ਸਾਹਿਬ- ਬਿਨਾ ਮਤਲਬ ਤੋਂ ਹੀ ਖਹਿਰਾ ਸਾਹਿਬ ਕਹਿੰਦੇ ਚਲੋ ਸੀ, ਉਸ ਥੋੜ੍ਹੇ ਗੱਲ ਤੇ ਜਿਹੇ ਬਾਅਦ ਚ ਆ ਅਧਿਕਾਰ ਦਿੰਦੇ ਨਾ, ਆਪਾਂ ਸਾਡੇ ਮੁੱਦੇ ਕੋਲ ਤੇ ਰਹੀਏ ਬਥੇਰੇ ਨਾ। ਅਧਿਕਾਰ ਆ। ਸੰਘਣਾ ਸਾਹਿਬ ਪਹਿਲਾਂ ਮੁੱਦੇ ਦੀ ਅਸੀਂ ਗੱਲ ਦੱਸੋ ਨਾ। ਇਸ ਨਹੀਂ, ਇਹ ਪਟੀਸ਼ਨ ਐਵੇਂ ਹੀ ਬੋਲੀ ਜਾਂਦੇ ਬਿਨਾਂ ਅੱਛਾ ਚਲੋ ਮਤਲਬ। ਆਪਾਂ ਉਸ ਤੇ ਕਹਿ ਲੈਣਾ, ਉਸ ਤੇ ਕਹਿ ਮੈਂ ਲੈਣਾ। ਆ ਜਾਣਾ ਪਟੀਸ਼ਨ ਤੇ ਵੀ ਆ ਜਾਣਾ ਹਾਂ ਜੀ। ਪਟੀਸ਼ਨ ਤੇ ਆਓ ਨਾ ਪਹਿਲਾਂ। ਹਾਂਜੀ ਬੋਲੋ। ਮੈਂ ਹਰਪ੍ਰੀਤ ਜੀ ਹੋਣਾ ਪਟੀਸ਼ਨ ਤੇ ਵੀ ਹੋਣਾ ਆ। ਦੇਖੋ ਆ ਐਂਡ ਤੇ ਪ੍ਰੈਸ ਸਾਹਿਬ ਨੇ ਗੱਲ ਕਹੀ ਆ ਨਾ ਕਿ ਗ੍ਰੀਨ એનર્ਜੀ ਆਉਣੀ ਚਾਹੀਦੀ ਹੈ, ਠੀਕ ਹੈ, ਇਧਰ ਨੂੰ ਗੱਲਾਂ ਹੋਣੀ ਚਾਹੀਦੀਆਂ। ਸਾਰੀ ਦੁਨੀਆ 'ਚ ਗ੍ਰੀਨ એનર્ਜੀ ਬਾਰੇ ਡਿਸਕਸ਼ਨ ਹੋ ਰਹੀ ਹੈ ਔਰ ਸਾਰੀ ਦੁਨੀਆ 'ਚ ਕੋਸ਼ਿਸ਼ਾਂ ਹੋ ਰਹੀਆਂ ਕਿ ਕੋਲ એનર્ਜੀ ਨੂੰ ਗ੍ਰੀਨ એનર્ਜੀ ਰਾਹੀਂ ਰਿਪਲੇਸ ਕੀਤਾ ਜਾਵੇ ਔਰ ਕਾਫੀ ਪ੍ਰੋਗਰੈਸ ਵੀ ਹੋ ਰਹੀ ਹੈ ਕਈ ਥਾਵਾਂ ਤੇ। ਔਰ ਪੰਜਾਬ ਦੇ ਵਿੱਚ ਜਿਹੜੀ ਆਹ ਪਾਣੀ ਤੋਂ ਜਿਹੜੀ ਬਿਜਲੀ ਬਣਦੀ ਆ ਉਹ ਇੱਕ ਬੈਸਟ ਸੋਰਸ ਹੈ, ਸਭ ਤੋਂ ਸਸਤਾ ਤੇ ਕਲੀਨ એનર્ਜੀ ਵਾਲਾ ਸੋਰਸ ਹੈ। ਸੋ ਇਹ ਤੁਸੀਂ ਨਾ ਗੱਲ ਨੂੰ ਟਵਿਸਟ ਹੋ ਰਹੀ ਹੈ ਸਾਰੀ। ਆ ਜਿਹੜੀ ਮੈਂ ਪਟੀਸ਼ਨ ਵੀ ਪੜ੍ਹੀ ਆ, ਇਹ ਪਟੀਸ਼ਨ 'ਚ ਲਿਖਿਆ ਹੋਇਆ ਲੀਵ ਇਜ਼ sought to withdraw the writ petition to intervene in the pending special leave petition in view of the aforesaid statement. The writ petition is dismissed as withdrawn. ਇਹ writ petition ਤਾਂ withdraw ਕੀਤੀ ਗਈ ਆ। ਆਪਾਂ ਰੌਲਾ ਹੋ ਨਹੀਂ ਪਾਈ ਜਾਂਦੇ ਆ। ਜਿਹੜੀ writ petition withdraw ਹੀ ਕਰ ਲਈ, ਜਿਹੜੀ ਵੀ ਡਿਪਾਰਟਮੈਂਟ ਨੇ ਕੀਤੀ ਆ, ਮੈਨੂੰ ਤਾਂ ਇਹ ਵੀ ਨਹੀਂ ਪਤਾ ਐਨਸੀਟੀ ਦੇ ਡਿਪਾਰਟਮੈਂਟ ਨੇ ਕੀਤੀ ਆ, ਪੋਲੂਸ਼ਨ ਵਾਲਿਆਂ ਨੇ ਕੀਤੀ ਹੋਗੀ। ਸਾਰੀ ਦੁਨੀਆ 'ਚ ਡਿਸਕਸ਼ਨ ਚੱਲ ਰਹੀ ਆ ਇਹ। ਨਹੀਂ ਸੰਘਣਾ ਸਾਹਿਬ ਪੰਜਾਬ ਨਹੀਂ ਹੈਗਾ, ਉਹ ਗੱਲਾਂ ਨਾਲ ਲੱਗ ਰਹੀਆਂ। ਕਲੀਨ ਇੱਕ ਮਿੰਟ ਸੰਘਣਾ ਸਾਹਿਬ, ਕਲੀਨ એનર્ਜੀ ਚਲੋ ਅਸੀਂ ਹਾਈ ਕਮਾਂਡ ਦੇ ਨਾਲ ਹੀ ਲੈਣੇ ਰਾਸ਼ਟਰੀ ਪਾਰਟੀ ਨੇ। ਠੀਕ ਹੈ ਸੰਘਣਾ ਸਾਹਿਬ, ਗੱਲ ਤਾਂ ਇਹ ਹੈ ਤੁਸੀਂ ਕਲੀਨ એનર્ਜੀ ਗ੍ਰੀਨ એનર્ਜੀ ਦੀ ਮੰਗ ਕਰ ਰਹੇ ਹੋ। ਇੱਕ ਮਿੰਟ ਚਲੋ ਮੈਂ ਹੋਰ ਛੱਡੋ, ਮੈਂ ਤੁਹਾਡੀ ਗੱਲ ਤੇ ਫੁੱਲ ਚੜਾ ਦੇਣਾ। ਤੁਸੀਂ ਕਹਿੰਦੇ ਕਿ ਵਿਡਰਾਅ ਕੀਤਾ, ਚਲੋ ਵਿਡਰਾਅ ਵੀ ਕਰ ਲਿਆ, ਪਰ ਪਟੀਸ਼ਨ ਦਾ ਤੁਸੀਂ ਭਾਈ ਨਾ ਡਿਸਮਿਸ ਐਜ਼ ਵਿਡਰਾਉਨ ਹੈ। ਹਾਂ ਡਿਸਮਿਸ ਹੋਈ ਹੈ ਤਾਂ ਵਿਡਰਾਉਨ ਕੀਤੀ, ਨਹੀਂ ਤਾਂ ਹੋ ਸਕਦਾ ਕਾਸਟ ਵੀ ਪੈਂਦੀ ਵਿਡਰਾਉਨ ਨਾ ਕਰਦੇ ਤਾਂ। ਕਲੀਨ એનર્ਜੀ ਗ੍ਰੀਨ એનર્ਜੀ ਦੀ ਮੰਗ ਤਾਂ ਕਰ ਰਹੇ ਆ, ਪਰ ਉਹ ਜਦੋਂ ਬਣੇਗੀ ਉਸ ਤੋਂ ਬਾਅਦ ਕਹੀਏ ਨਾ, ਜਦੋਂ ਸਾਡੇ ਕੋਲ ਗ੍ਰੀਨ એનર્ਜੀ ਹੋ ਜਾਏ, ਕਲੀਨ એનર્ਜੀ ਹੋ ਜਾਏ, ਉਸ ਤੋਂ ਬਾਅਦ ਪਟੀਸ਼ਨ ਪਾਈਏ ਅਸੀਂ ਆ ਬੰਦ ਕਰੋ ਜੀ ਕੋਲੇ ਵਾਲਾ ਜਿਹੜਾ ਸਿਸਟਮ ਹੈ ਤੁਹਾਡਾ। ਸਾਡੇ ਕੋਲ ਤਾਂ ਇੱਥੇ એનર્ਜੀ ਪਹਿਲਾਂ ਹੀ ਨਹੀਂ ਹੈਗੀ, ਅਸੀਂ ਫਿਰ ਡਿਮਾਂਡ ਕਰ ਰਹੇ ਹਾਂ ਕਿ ਸਾਡੇ ਥਰਮਲ ਪਲਾਂਟ ਬੰਦ ਕਰ ਦਿਓ। ਇਹ ਜਸਟੀਫਾਈ ਹੁੰਦਾ? ਕਲੀਨ એનર્ਜੀ ਤਾਂ ਆਈ ਨਹੀਂ, ਪਰ ਜਿਹੜੀ ਹੈਗੀ ਉਹ ਵੀ ਬੰਦ ਕਰ ਦਈਏ। ਹਰਪ੍ਰੀਤ ਜੀ ਆਪਾਂ ਕਾਂਗਰਸ ਨੂੰ ਕਿਉਂ ਪ੍ਰੋਟੈਕਟ ਕਰ ਰਹੇ ਹਾਂ? ਨਹੀਂ ਮੈਂ ਕਰ ਨਹੀਂ ਰਿਹਾ, ਫੇਲ ਹੋਈ ਹੈ, ਮਿਸਮੈਨੇਜਮੈਂਟ ਹੈ। ਹਾਂ ਮੈਂ ਕਹਿ ਰਿਹਾ, ਮੈਂ ਤਾਂ ਕਹਿ ਰਿਹਾ, ਖੁਦ ਕਹਿ ਰਿਹਾ ਕਿ ਅਸੀਂ ਸਰਪਲਸ એનર્ਜੀ ਕੀਤੀ ਆ। ਨਹੀਂ ਮੈਂ ਤਾਂ ਕਹਿ ਰਿਹਾ ਸੰਘੜਾ ਸਾਹਿਬ, ਪਰ ਤੁਸੀਂ ਤੁਹਾਡੀ ਪਾਰਟੀ ਇੱਕ ਮਿੰਟ ਸੁਣੋ ਤੁਸੀਂ ਨਾ, ਤੁਹਾਡੀ ਸਰਕਾਰ ਜਦੋਂ ਇਹ ਕਹਿ ਰਹੀ ਹੈ ਕਿ ਥਰਮਲ ਪਲਾਂਟ ਬੰਦ ਕੀਤੇ ਜਾਣ, ਮੈਂ ਕਹਿੰਦਾ ਕਿ ਹੁਣ ਇਹ ਚਾਹੀਦਾ ਕਿ ਜਦ ਤੱਕ ਗ੍ਰੀਨ ਕਲੀਨ એનર્ਜੀ ਨਹੀਂ ਆਉਂਦੀ ਅਸੀਂ ਪੰਜਾਬ ਨੂੰ ਮਾਰਨ ਕਿਉਂ ਲੱਗੇ ਹਾਂ? ਅਸੀਂ ਉਹ ਥਰਮਲ ਪਲਾਂਟ ਬੰਦ ਕਰਵਾ ਰਹੇ ਹਾਂ ਜਿਨ੍ਹਾਂ ਤੋਂ ਅਸੀਂ ਬਿਜਲੀ ਲੈ ਰਹੇ ਹਾਂ, ਜਿਹਦੇ ਨਾਲ ਪੰਜਾਬ ਚੱਲ ਰਿਹਾ। ਨਹੀਂ ਅਸੀਂ ਕੋਈ ਬੰਦ ਨਹੀਂ ਕਰਾ ਰਿਹਾ ਹਰਪ੍ਰੀਤ ਜੀ, ਇਹ ਪੁਰਾਣੀ ਪਹਿਲਾਂ ਦੀ ਪਟੀਸ਼ਨ ਹੈ, ਵਿਦਡਰਾਅ ਕੀਤੀ ਗਈ ਹੈ। ਪੁਰਾਣੀ ਨਹੀਂ ਹੈ। ਮੈਨੂੰ 1 ਮਿੰਟ ਮੌਕਾ ਦੇ ਦਿਓ ਜੀ, ਮੇਰੀ ਬੇਨਤੀ ਹੈ। ਸੰਘੇੜਾ ਸਾਹਿਬ 1 ਮਿੰਟ ਸੁਣਿਓ। 7ਵੇਂ ਮਹੀਨੇ ਦੇ ਵਿੱਚ ਫਾਈਲ ਕੀਤੀ ਹੈ। 7ਵੇਂ ਸੰਘੇੜਾ ਸਾਹਿਬ 1 ਮਿੰਟ ਹੁਣ ਸੁਣ ਤਾਂ ਲਓ ਨਾ, ਸਾਡੀਆਂ ਵੀ ਗੱਲਾਂ ਦਾ ਜਵਾਬ ਜੀ। ਮੈਨੂੰ ਮੇਰਾ ਸਮਾਂ ਤਾਂ ਬੋਲ ਲੈਣ ਦਿਓ। ਸੰਘੇੜਾ ਸਾਹਿਬ ਜਵਾਬ ਲੈ ਤੁਸੀਂ ਉਦੋਂ ਮੈਂ ਬੋਲੀ ਜਾਂਦੇ, ਜਵਾਬ ਤਾਂ ਕੋਈ ਦੇ ਨਹੀਂ ਰਹੇ। 1 ਮਿੰਟ ਮੈਨੂੰ ਜਵਾਬ ਤਾਂ ਦੇ ਲੈਣ ਦਿਓ। ਦਿਓ ਜਵਾਬ ਦਿਓ, ਮੈਨੂੰ ਜਵਾਬ ਤਾਂ ਪੂਰਾ ਦੇ ਬੋਲੋ ਜਵਾਬ ਦਿਓ। ਜਿਹੜਾ ਪ੍ਰੈਜ਼ੈਂਟ ਕ੍ਰਾਈਸਿਸ ਆ ਨਾ ਪੰਜਾਬ ਦੇ ਵਿੱਚ, ਇਹ ਵਿਸ਼ੀਅਸ ਸਰਕਲ ਆਫ ਪਾਵਰਟੀ ਬਣ ਰਿਹਾ, ਜਿਹਦੇ ਨਾਲ ਇੰਨੀ ਮਹਿੰਗੀ ਬਾਹਰੋਂ ਬਿਜਲੀ ਖਰੀਦਣ ਲੱਗ ਗਏ ਆ। ਪੰਜਾਬ 'ਚ ਬਿਜਲੀ ਇੰਨੀ ਸੀਗੀ, ਹੁਣ 4 ਯੂਨਿਟ ਬੰਦ ਹੋ ਗਏ, ਉੱਥੇ ਦੇ 3 ਹੀ। ਇਹ ਆਪਣਾ ਤਲਵੰਡੀ ਸਾਬੋ ਦੇ, ਇਹ ਸਾਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਮਿਸਮੈਨੇਜਮੈਂਟ ਹੈ ਜੀ। ਬਿਜਲੀ ਨਹੀਂ ਆ ਰਹੀ। ਚਲੋ ਮੈਂ ਜਵਾਬ ਲੈਣਾ। ਫੋਕਸ ਉਧਰ ਕਰਨਾ ਚਾਹੀਦਾ। 6000 ਕਰੋੜ ਦਾ ਇੰਡਸਟਰੀ ਨੂੰ ਲਾਸ ਹੋ ਗਿਆ। ਆਪਾਂ ਲੈਣੇ ਆ, ਇੰਡਸਟਰੀ ਬੰਦ ਕਰਤੀ ਇਹਨਾਂ ਨੇ। ਉਹਨਾਂ ਤੋਂ ਵੀ ਜਵਾਬ ਲੈ ਲੈਣੇ, ਉਹਨਾਂ ਤੋਂ ਵੀ ਜਵਾਬ ਲੈਣੇ ਆ। ਸੰਘੇੜਾ ਸਾਹਿਬ ਇੱਕ ਮਿੰਟ, ਰਿਟ ਪਟੀਸ਼ਨ ਦੇ ਦੁਆਲੇ ਘੁਮਾਉਣ ਲੱਗ ਗਏ। ਆਪਾਂ ਦੋਵੇਂ ਇਦਾਂ ਥੋੜੀ ਹੁਣ ਅਰਵਿੰਦ ਕੇਜਰੀਵਾਲ ਨੂੰ ਆਪਾਂ ਬਦਨਾਮ ਕਰ ਦਾਂਗੇ ਯਾਰ। ਇੱਕ ਮਿੰਟ ਸਫਲ ਸੰਘੇੜਾ ਸਾਹਿਬ 1 ਮਿੰਟ ਹੁਣ ਮੈਨੂੰ ਦੇ ਦਿਓ ਨਾ, ਹੁਣ ਬਾਕੀਆਂ ਤੋਂ ਵੀ ਤਾਂ ਲੈ ਲੈਣ ਦੋ। ਮੇਰੀ ਬੇਨਤੀ ਹੈ ਇਹ ਜੁਲਾਈ ਦੇ ਮਹੀਨੇ 'ਚ ਹੀ ਤੁਹਾਡੀ ਜਿਹੜੀ ਹੈ ਪਟੀਸ਼ਨ ਪਾਈ ਗਈ। ਮੈਂ ਤੁਹਾਨੂੰ ਬੇਨਤੀ ਕਰਦੇ ਹਾਂ 9 ਜੁਲਾਈ ਨੂੰ, ਔਰ ਦੂਜੀ ਗੱਲ ਕਰਦੇ ਹਾਂ ਨਾਲ ਦੀ ਨਾਲ ਟੇਕ ਅਪ ਹੋਈ ਹੈ। ਔਰ ਜਿਹੜਾ ਤੁਸੀਂ ਕਹਿੰਦੇ ਇਹ ਮਿਲੇ ਹੋਏ ਆ ਜੀ, ਇਹ ਪਟੀਸ਼ਨ ਕੋਈ ਅਸੀਂ ਤਿਆਰ ਕਰਕੇ ਭੇਜੀ ਹੈ? ਕਿਹੋ ਜਿਹੀਆਂ ਬੇਸ਼ਰਮੀ ਵਾਲੀਆਂ ਗੱਲਾਂ ਯਾਰ। ਤੁਹਾਡੀ ਸਰਕਾਰ ਪਟੀਸ਼ਨ ਪਾਉਂਦੀ ਹੈ ਕਿ 10 ਥਰਮਲ ਪਲਾਂਟ ਬੰਦ ਕੀਤੇ ਜਾਣ, ਉਹ ਵੀ ਉਸ ਵੇਲੇ ਜਦੋਂ ਸਾਰੇ ਦੇਸ਼ ਦੇ ਵਿੱਚ ਬਿਜਲੀ ਲਈ ਹਾਹਾਕਾਰ ਮੱਚੀ ਹੈ, ਸਾਰੇ ਦੇਸ਼ ਦੇ ਵਿੱਚ ਬਾਰਿਸ਼ ਪੈ ਨਹੀਂ, ਸੋਕਾ ਪੈ ਰਿਹਾ, ਤਾਂ ਤੁਸੀਂ ਬੜੀ ਗੱਲ ਟਵਿਸਟ ਕਰ ਰਹੇ ਹੋ। ਅਸੀਂ ਤਾਂ ਕਹਿੰਦੇ ਆ ਕਾਂਗਰਸ ਪਾਰਟੀ ਦਾ ਤਾਂ ਮਿਸਮੈਨੇਜਮੈਂਟ ਹੈਗਾ ਹੀ ਹੈਗਾ। ਇਹ ਤੁਹਾਨੂੰ ਕੀ ਅਧਿਕਾਰ ਹੈ ਇੱਥੋਂ ਦੇ ਥਰਮਲ ਬੰਦ ਕਰਾਉਣ ਦਾ? ਤੁਹਾਨੂੰ ਕੀ ਅਧਿਕਾਰ ਹੈ ਇੱਥੋਂ ਦੇ? ਕੇਜਰੀਵਾਲ ਨੂੰ ਕੀ ਅਧਿਕਾਰ ਹੈ ਥਰਮਲ ਬੰਦ ਕਰਾਉਣ ਦਾ? ਕੇਜਰੀਵਾਲ ਨੂੰ ਕੀ ਅਧਿਕਾਰ ਹੈ ਥਰਮਲ ਬੰਦ ਕਰਾਉਣ ਦਾ? ਤੁਹਾਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਇਸ ਕਰਕੇ ਕਾਂਗਰਸ ਪਾਰਟੀ ਤਾਂ ਫੇਲ ਹੀ ਹੈ। ਔਰ ਕਾਂਗਰਸ ਪਾਰਟੀ ਨੂੰ ਵੀ ਮੇਰਾ ਸਵਾਲ ਹੈ, ਤੁਸੀਂ 2 ਰੁਪਏ ਤੇ 86 ਪੈਸੇ ਵਾਲੇ ਸਮਝੌਤਿਆਂ ਨੂੰ ਕਹਿੰਦੇ ਆ ਮਹਿੰਗੇ ਲਏ ਆ। ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ, ਕਹਿੰਦੇ ਮਹਿੰਗੇ ਕੀਤੇ ਆ। ਤੁਸੀਂ ਕੋਈ ਲਾਇਦੇ ਕੀਤਾ ਤੇ ਅੱਜ 12.5 ਰੁਪਏ ਪ੍ਰਤੀ ਯੂਨਿਟ ਤੁਸੀਂ ਖਰੀਦ ਰਹੇ ਹੋ। ਕਿੰਨੇ ਪੈਸੇ ਵਾਪਸ ਲੈ ਰਹੇ ਹੋ ਦੱਸੋਗਾ ਲੋਕਾਂ ਨੂੰ?
ਇਸ ਕਰਕੇ ਫਾਲਤੂ ਦੀਆਂ ਗੱਲਾਂ ਕਰਨੀਆਂ ਬੰਦ ਕਰਨੀਆਂ ਚਾਹੀਦੀਆਂ। ਪੰਜਾਬ ਨੂੰ ਪੰਜਾਬ ਸਰਕਾਰ ਸੰਭਾਲਣੀ ਚਾਹੀਦੀ ਹੈ ਤੇ ਦੋਹਰੇ ਚਿਹਰੇ ਵਾਲਿਆਂ ਨੂੰ ਦੋਹਰਾ ਚਿਹਰਾ ਜਿਹੜਾ ਹੈਗਾ ਉਹ ਨੰਗਾ ਹੋ ਗਿਆ, ਹੁਣ ਕੋਈ ਗੱਲਾਂ ਕਰਨ ਦਾ ਮੌਕਾ ਨਹੀਂ ਰਹਿ ਗਿਆ ਕੋਈ। ਠੀਕ ਹੈ, ਇੱਕ ਗੱਲ ਹੋਰ ਦੱਸਦਾ ਸਾਹਮਣੇ ਆ ਗਈ ਹੈ। ਇੱਕ ਤੁਸੀਂ ਇੱਕ ਗੱਲ ਹੋਰ ਸੰਗੇੜਾ ਸਾਹਿਬ ਤੁਹਾਡੀ ਆਈ ਹੈ ਸੰਗੇੜਾ ਸਾਹਿਬ, ਤੁਸੀਂ ਥਰਮਲ ਪਲਾਂਟ ਬੰਦ ਕਰਾਉਣਾ ਚਾਹੁੰਦੇ ਹੋ ਤੇ ਬੰਦ ਕਰਾ ਕੇ ਪੰਜਾਬ ਨੂੰ ਬਿਜਲੀ ਮਿਲਣੀ ਕਿੱਥੋਂ ਹੈ ਤਾਂ ਦੱਸ ਦਿਓ। ਹੋਰ ਗ੍ਰਾਫਿਕ ਦਿਖਾਣਾ, ਇੱਕ ਹੋਰ ਮੇਰੇ ਕੋਲ ਖਬਰ ਹੈ, ਇੱਕ ਮਿੰਟ ਸੰਗੇੜਾ ਸਾਹਿਬ ਯਾਰ ਉੱਚੀ ਬੋਲਣਾ, ਤੁਸੀਂ ਲਿਖ ਕੇ ਡੈਥ ਵਾਰੰਟ ਜਾਰੀ ਕਰੋ, ਅਸੀਂ ਬੋਲੀਏ ਵੀ ਨਾ। ਅਸੀਂ ਕੇਜਰੀਵਾਲ ਪੰਜਾਬ ਨੂੰ ਤਬਾਹ ਕਰਨ ਲਈ ਤੁਰਿਆ ਹੋਵੇ, ਅਸੀਂ ਬੋਲੀਏ ਵੀ ਨਾ। ਕੀ ਅਧਿਕਾਰ ਆ ਤੁਹਾਨੂੰ ਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਣ ਦਾ? ਚਲੋ ਇੱਕ ਕਰਕੇ ਆਪਾਂ ਮੁੱਦੇ ਤੇ। ਠੀਕ ਹੈ ਸੰਗੇੜਾ ਸਾਹਿਬ, ਇੱਕ ਮਿੰਟ ਆਇਆ ਇੱਕ ਗ੍ਰਾਫਿਕ ਹੋਰ ਤੁਹਾਨੂੰ ਦਿਖਾਣਾ ਕਿ ਬਿਜਲੀ ਦੀ ਡਿਮਾਂਡ ਪੂਰੀ ਕਿਵੇਂ ਹੋ ਰਹੀ ਹੈ। ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹ ਪੂਰੀ ਕਿਵੇਂ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਬਾਹਰੋਂ ਬਿਜਲੀ ਖਰੀਦ ਰਹੀ ਹੈ, ਤੁਹਾਨੂੰ ਦੱਸਦੇ ਹਾਂ ਕਿ ਕਿਸ ਹਿਸਾਬ ਨਾਲ ਬਿਜਲੀ ਖਰੀਦ ਰਹੀ ਹੈ ਔਰ ਇਹ ਕ੍ਰਾਈਸਿਸ ਕਿੰਨਾ ਵੱਡਾ ਹੋਣ ਜਾ ਰਿਹਾ ਜੇਕਰ ਸਥਿਤੀ ਨਾ ਸੰਭਲੀ। ਬਿਜਲੀ ਨਿਗਮ ਨੇ 1800 ਮੈਗਾਵਾਟ ਬਿਜਲੀ ਬਾਹਰੋਂ ਖਰੀਦੀ ਹੈ ਔਰ ਖਰੀਦੀ ਕਿਹੜੇ ਭਾਅ ਉਹ ਦੱਸਦੇ ਹਾਂ। 400 ਮੈਗਾਵਾਟ ਬਿਜਲੀ 12 ਰੁਪਏ 40 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦੀ ਗਈ ਹੈ, 12 ਰੁਪਏ 40 ਪੈਸੇ। ਇਸ ਤੋਂ ਇਲਾਵਾ 1400 ਮੈਗਾਵਾਟ ਬਿਜਲੀ ਖਰੀਦੀ ਗਈ ਹੈ 5.5 ਰੁਪਏ ਯੂਨਿਟ ਦੇ ਹਿਸਾਬ ਨਾਲ, ਉਹ ਵੀ એનર્ਜੀ ਐਕਸਚੇਂਜ ਦੇ ਤਹਿਤ ਖਰੀਦੀ ਗਈ ਹੈ ਕਿ ਜਦੋਂ ਸਾਡੇ ਕੋਲ ਆ ਜਾਏਗੀ ਅਸੀਂ ਤੁਹਾਨੂੰ ਵਾਪਸ ਕਰ ਦੇਵਾਂਗੇ। ਜੇ ਅਗਲੇ 2 ਦਿਨ ਬਾਰਿਸ਼ ਨਾ ਪਈ ਤਾਂ ਬਿਜਲੀ ਬੋਰਡ ਦੇ ਮੋਢਿਆਂ ਤੇ ਮੰਗ ਪੂਰੀ ਕਰਨ ਦਾ ਭਾਰ ਹੋਰ ਵਧੇਗਾ, ਜਿਹੜਾ ਨਾਮੁਮਕਿਨ ਹੋ ਜਾਏਗਾ। ਬਿਜਲੀ ਬੋਰਡ ਵੱਲੋਂ ਅਜੇ ਵੀ ਖੇਤੀਬਾੜੀ ਲਈ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਦਾਅਵਾ ਫੋਕਾ ਸਾਬਤ ਹੋ ਰਿਹਾ ਹੈ। ਕਈ ਥਾਵਾਂ ਤੇ ਸੁੱਕ ਗਏ ਖੇਤ ਵਾਹਣ ਤੱਕ ਦੀ ਨੌਬਤ ਆ ਚੁੱਕੀ ਹੈ। ਯਾਨੀ ਕਿ ਮੁੱਖ ਦੀ ਗੱਲ ਇਹ ਹੈ ਕਿ 12 ਰੁਪਏ 40 ਪੈਸੇ ਯੂਨਿਟ ਖਰੀਦੀ ਜਾ ਰਹੀ ਹੈ। ਹੁਣ ਸਵੈਤ ਸਾਹਿਬ ਸਵਾਲ ਦਾ ਜਵਾਬ ਤੁਸੀਂ ਵੀ ਦਿਓ ਨਾ, ਲੋਕਾਂ ਦਾ ਪੈਸਾ, ਪੰਜਾਬ ਸਰਕਾਰ ਦੇ ਕੋਲ ਲੋਕਾਂ ਦਾ ਪੈਸਾ ਹੈ, ਜਿਹੜੇ ਪੈਸੇ ਨਾਲ 12 ਰੁਪਏ 40 ਪੈਸੇ ਪ੍ਰਤੀ ਯੂਨਿਟ ਖਰੀਦੀ ਜਾ ਰਹੀ ਹੈ। ਸੰਗੇੜਾ ਸਾਹਿਬ ਦੀ ਇੱਕ ਲਾਈਨ ਐਡ ਕਰਕੇ ਜਵਾਬ ਦੇ ਦਿਓ। ਬੋਲੋ ਸੰਗੇੜਾ ਸਾਹਿਬ। ਮੈਂ ਬਿਲਕੁਲ ਤੁਹਾਡੇ ਨਾਲ ਹਰਪ੍ਰੀਤ ਜੀ ਸਹਿਮਤ ਹਾਂ। ਮੈਂ ਇਹੀ ਕਹਿਣਾ ਆ ਕਿ ਪੰਜਾਬ 'ਚ ਬਿਜਲੀ ਸੀਗੀ, ਇਹ ਇਹਨਾਂ ਦੀ ਫੇਲਿਅਰ ਕਰਕੇ ਬੰਦ ਹੋ ਰਹੀ ਹੈ। 6000 ਕਰੋੜ ਦਾ ਤਾਂ ਇੰਡਸਟਰੀ ਬੰਦ ਕਰਾਉਣ ਕਰਕੇ ਨੁਕਸਾਨ ਹੋ ਗਿਆ ਔਰ 8 ਘੰਟੇ ਫਾਰਮਰਸ ਨੂੰ ਵੀ ਨਹੀਂ ਮਿਲ ਰਹੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਦੀ ਨਲਾਇਕੀ ਜਿਹੜੀ ਆ ਪੰਜਾਬ ਨੂੰ ਵਿਸ਼ੇਸ਼ ਸਰਕਲ ਆਫ ਪਾਵਰਟੀ ਤੱਕ ਰਹੀ ਹੈ। ਮੈਂ ਇਹੀ ਕਹਿਣਾ ਸਵੈਤ ਸਾਹਿਬ ਜਵਾਬ ਹਾਈਲਾਈਟ ਆਪਾਂ ਕਰੀਏ, ਰੈਟ ਵਾਲੀ ਗੱਲ ਫੇਰ ਕਰ ਲਾਂਗੇ। ਨਹੀਂ ਸੰਗੇੜਾ ਸਾਹਿਬ, ਦੋਵੇਂ ਚੀਜ਼ਾਂ ਇੰਪੋਰਟੈਂਟ ਨੇ ਨਾ। ਜੇ ਸੁਪਰੀਮ ਕੋਰਟ ਤੁਹਾਡੇ ਰਿਟ ਪਟੀਸ਼ਨ ਤੇ ਆਰਡਰ ਕਰ ਦਿੰਦਾ ਤੇ ਪੰਜਾਬ ਦਾ ਕੀ ਹਾਲ ਹੁੰਦਾ ਇਹ ਤਾਂ ਦੱਸੋ ਨਾ। ਥਰਮਲ ਪਲਾਂਟ ਬੰਦ ਗੱਲਾਂ ਕਰੀ ਜਾਂਦੇ ਤੁਸੀਂ, ਅੱਗੇ ਇਹਨੂੰ ਛੱਡ ਦਿਓ ਜੇ ਤੁਹਾਡੀ ਰੱਦ ਹੋਗੀ ਤਾਂ ਛੱਡ ਦਿਓ। ਜੇ ਕਿਤੇ ਖੁਦਾ ਨਾ ਖਾਸਤਾ ਉੱਥੇ ਕੋਈ ਇਸ ਕਿਸਮ ਦਾ ਜੱਜ ਬੈਠਾ ਹੁੰਦਾ ਕਿ ਜਿਹੜਾ ਇਹਦੇ ਤੇ ਐਕਸ਼ਨ ਲੈ ਲੈਂਦਾ ਤੇ ਪੰਜਾਬ ਦਾ ਅੱਜ ਕੀ ਹਾਲ ਹੁੰਦਾ। ਚਲੋ ਇੱਕ ਮਿੰਟ ਹੁਣ ਜਿਹੜੇ ਮੁੱਦੇ ਤੇ ਆ ਜੀ ਸਵੈਤ ਸਾਹਿਬ ਤੋਂ ਜਵਾਬ ਦਿਓ। ਤੁਸੀਂ ਮੰਗਣ ਕਿਉਂ ਗਏ ਸੀ ਐਕਸ਼ਨ? ਕਿਉਂ ਕੇਜਰੀਵਾਲ ਨੇ ਦਸਤਖਤ ਕਰਕੇ ਕਿ ਸੁਪਰੀਮ ਕੋਰਟ ਭੇਜਿਆ? ਇੱਕ ਕਰਕੇ ਮੇਰੀ ਬੇਨਤੀ ਹੈ ਦੋਵੇਂ ਮਹਿਮਾਨਾਂ ਨੂੰ ਬੇਨਤੀ ਹੈ। ਸੰਗੇੜਾ ਸਾਹਿਬ ਇੱਕ ਮਿੰਟ ਸੰਗੇੜਾ ਸਾਹਿਬ ਹੁਣ ਜਵਾਬ ਤਾਂ ਲਈਏ, ਇੱਕ ਮਿੰਟ ਜਵਾਬ ਲਈਏ ਸਵੈਤ ਸਾਹਿਬ ਤੋਂ। ਲੋਕ ਨਾਇਕ ਹੈ ਉਹ। ਚਲੋ ਇੱਕ ਮਿੰਟ ਸੰਗੇੜਾ ਸਾਹਿਬ ਤੁਸੀਂ ਜਵਾਬ ਦਿਓ ਪਹਿਲਾਂ। ਇੱਕ ਮਿੰਟ ਸੰਗੇੜਾ ਸਾਹਿਬ ਤੁਸੀਂ ਜਵਾਬ ਦੇ ਦਿਓ ਪਹਿਲਾਂ। ਕੀ ਤੁਸੀਂ ਚਾਹੁੰਦੇ ਹੋ ਪੰਜਾਬ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ, ਜਿਹੜੀ ਮੰਗ ਤੁਹਾਡੀ ਆਮ ਆਦਮੀ ਪਾਰਟੀ ਨੇ? ਨਹੀਂ ਚਾਹੁੰਦੇ ਹਰਪ੍ਰੀਤ ਜੀ, ਸੋਚਣ ਦੀ ਲੋੜ ਹੀ ਨਹੀਂ ਹੈ। ਫਿਰ ਇਤਫਾਕ ਕਿਉਂ ਸੰਗੇੜਾ ਸਾਹਿਬ? ਫਿਰ ਇਤਫਾਕ ਕਿਉਂ? ਫਿਰ ਤੁਹਾਡੀ ਦਿੱਲੀ ਦਾ ਯੂਨਿਟ ਕਹਿ ਰਿਹਾ ਬੰਦ ਕਰੋ, ਤੁਸੀਂ ਕਹਿ ਰਹੇ ਹੋ ਨਹੀਂ ਬੰਦ ਕਰਨੇ। ਇਹ ਸਵਾਲ ਨਹੀਂ ਬਣਦਾ ਫਿਰ। ਹਰਪ੍ਰੀਤ ਜੀ ਨਹੀਂ ਕਹਿ ਰਿਹਾ ਯਾਰ, ਕਮਾਲ ਕਰੀ ਜਾਂਦੇ ਹੋ ਤੁਸੀਂ। ਰੈਕਮੈਂਡੇਸ਼ਨ ਲਿਖ ਕੇ ਸੈਂਕੜੇ ਪੰਨਿਆਂ ਦੀ ਪਈ ਹੈ, ਤੁਸੀਂ ਹੁਣ ਤੁਹਾਡੀ ਸਰਕਾਰ ਨੇ ਪਾਈ ਹੈ, ਤੁਸੀਂ ਮੁੱਕਰੀ ਜਾਂਦੇ ਹੋ। ਕਿਤੇ ਖੱਬੇ ਸੱਜੇ ਅਖਬਾਰ 'ਚ ਖਬਰ ਲਈ ਹੋਵੇ ਵੱਖਰੀ ਗੱਲ ਹੈ, ਸੁਪਰੀਮ ਕੋਰਟ ਦੀ ਰਿਟ ਪਟੀਸ਼ਨ ਨੂੰ ਤੁਸੀਂ ਕਹੀ ਜਾਂਦੇ ਹੋ ਨਹੀਂ ਹੈ। ਹਾਂਜੀ ਸਵੈਤ ਸਾਹਿਬ ਜਵਾਬ ਦਿਓ ਜੀ। ਸੰਗੇੜਾ ਸਾਹਿਬ ਤਾਂ ਮੰਨਣ ਨੂੰ ਤਿਆਰ ਨਹੀਂ ਕਿ ਕਦੇ ਅਸੀਂ ਡਿਮਾਂਡ ਹੀ ਨਹੀਂ ਕੀਤੀ। ਸੰਗੇੜਾ ਸਾਹਿਬ ਦੇ ਮੁਤਾਬਕ ਆਮ ਆਦਮੀ ਪਾਰਟੀ ਨੇ ਕਦੇ ਡਿਮਾਂਡ ਹੀ ਨਹੀਂ ਕੀਤੀ ਕਿ ਥਰਮਲ ਪਲਾਂਟ ਬੰਦ ਕੀਤੇ ਜਾਣ। ਹਾਂਜੀ ਸਵੈਤ ਸਾਹਿਬ ਬਿਲਕੁਲ ਗਲਤ ਕਹਿ ਰਹੇ ਨੇ ਜੀ, ਬਿਲਕੁਲ ਗਲਤ ਕਹਿ ਰਹੇ ਨੇ। ਦੇਖੋ ਇਹ ਸਾਨੂੰ ਪਤਾ ਹੈ, ਜਦੋਂ ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਕੋਈ ਆਪਣਾ ਕੇਸ ਬਹਿਸ ਕਰਦੇ ਆ, ਅਸੀਂ ਪੂਰੀ ਵਾਹ ਲਾਉਨੇ ਆ ਤੇ ਜਦੋਂ ਸਾਡੀ ਗੱਲ ਕੋਰਟ ਨਹੀਂ ਮੰਨਦੀ ਤਾਂ ਅਸੀਂ ਆਪਣਾ ਕੇਸ ਕਈ ਵਾਰੀ ਡਿਸਮਿਸ ਵਿਡਰਾਅ ਕਰਾ ਲੈਂਦੇ ਆ ਤਾਂ ਕਿ ਅਸੀਂ ਕੋਈ ਹੋਰ ਅਰਜੀ ਕੋਈ ਹੋਰ ਰਾਹ ਲੱਭ ਸਕੀਏ। ਜੋ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ ਹੈ ਦਿੱਲੀ ਗਵਰਨਮੈਂਟ ਨੇ, ਇਹਨਾਂ ਨੇ ਪੂਰੀ ਬਹਿਸ ਕੀਤੀ ਹੈ, ਠੋਕ ਕੇ ਬਹਿਸ ਕੀਤੀ ਹੈ। ਪੰਜਾਬ ਦੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਵਾਸਤੇ ਟਿਲ ਦਾ ਪੂਰਾ ਜ਼ੋਰ ਲਾਇਆ। ਜਦੋਂ ਕੋਰਟ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਤਾਂ ਇਹਨਾਂ ਨੇ ਇਹ ਕਹਿ ਕੇ ਵਿਡਰਾਅ ਕੀਤੀ ਹੈ ਕਿ ਜਿਹੜਾ ਪਹਿਲਾ ਐਮਸੀ ਮਹਿਤਾ ਦੇ ਨਾਂ ਦਾ ਕੇਸ ਹੈ ਜੀ, ਉਹ ਜਿਹੜਾ ਚੱਲ ਰਿਹਾ ਐਮਸੀ এনवायरमेंट ਦੇ ਪੋਲੂਸ਼ਨ ਤੇ, ਉਹਦੇ ਚ ਐਡ ਆਨ ਉਹਦੇ ਵਿੱਚ ਜਿਹੜੇ ਹੈਗੇ ਥਰਮਲ ਪਲਾਂਟਾਂ ਦੀ ਗੱਲ ਹੋ ਰਹੀ ਹੈ, ਉਹਦੇ ਵਿੱਚ ਦਰਖਾਸਤ ਦਵਾਂਗੇ ਅਸੀਂ। ਹਜੇ ਵੀ ਦਿੱਲੀ ਗਵਰਨਮੈਂਟ ਪਿੱਛੇ ਨਹੀਂ ਹਟੀ। ਮਾਨਯੋਗ ਸੁਪਰੀਮ ਕੋਰਟ ਨੇ ਮਨਾ ਕਰਤਾ, ਪਟੀਸ਼ਨ ਡਿਸਮਿਸ ਕਰਤੀ। ਵਿਡਰਾਅ ਦੇ ਵਰਡ ਤਾਂ ਹੁੰਦਾ ਜੇ ਅਸੀਂ ਇਹਨਾਂ ਨੇ ਕਿ ਦਰਖਾਸਤ ਅਸੀਂ ਉਸ ਕੇਸ ਚ ਪਾਵਾਂਗੇ ਹੁਣ ਜਾ ਕੇ, ਸੋ ਇਹ ਹੋ ਜੇ ਕੋਸ਼ਿਸ਼ ਕਰਨਗੇ
MC ਮਹਿਤਾ ਵਾਲੇ ਕੇਸ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਜੋ ਪੈਂਡਿੰਗ ਹੈਗਾ ਉਹਦੇ ਦਰਖਾਸਤ ਦੇਣਗੇ ਕਿ ਪੰਜਾਬ ਦੇ ਜਿਹੜੇ ਇਹ ਥਰਮਲ ਪਲਾਂਟ ਨੇ ਬੰਦ ਕਰ ਦਿਓ। ਸਿਗੜਾ ਸਾਹਿਬ ਨੂੰ ਸ਼ਾਇਦ ਤੱਥਾਂ ਦਾ ਪੂਰਾ ਚਲੋ ਹੁਣ ਆਪਣੀ ਗੱਲ ਤੇ ਵੀ ਆਓ ਸਰ। ਜਿਹੜਾ ਕੇਜਰੀਵਾਲ ਚੰਡੀਗੜ੍ਹ ਆ ਕੇ ਪੰਜਾਬ ਜਾ ਕੇ 24 ਘੰਟੇ ਦੀ ਜਿਹੜੀ ਗੱਲ ਕਰਦਾ ਹੈ ਬਿਜਲੀ ਸਪਲਾਈ ਕਰਨ ਦੀ, ਉਹ ਦਿੱਲੀ ਜਾ ਕੇ ਪੰਜਾਬ ਦੀ ਬੱਤੀ ਗੁੱਲ ਕਰਨ ਦੀ ਗੱਲ ਕਰਦਾ ਹੈ, ਬਿਲਕੁਲ ਬੰਦ ਕਰਨ ਦੀ ਗੱਲ ਕਰਦਾ ਹੈ। ਇਸ ਗੱਲ ਤੇ ਵੀ ਆ ਜਾਓ ਨਾ, 12 ਰੁਪਏ 40 ਪੈਸੇ 12 ਰੁਪਏ 40 ਪੈਸੇ ਯੂਨਿਟ ਖਰੀਦੀ ਜਾ ਰਹੀ ਹੈ ਪੰਜਾਬ ਦੀ ਜਨਤਾ ਦੇ ਪੈਸਿਆਂ ਨਾਲ। ਅਸੀਂ ਕਹਿੰਦੇ ਆ ਕਿ 3 ਰੁਪਏ ਵੀ ਸਾਨੂੰ ਮਹਿੰਗੀ ਪੈਂਦੀ ਹੈ ਤੇ 12 ਰੁਪਏ 40 ਪੈਸੇ ਪ੍ਰਤੀ ਯੂਨਿਟ ਖਰੀਦ ਰਹੇ ਆ ਬਾਹਰੋਂ ਬਾਜ਼ਾਰੋਂ। ਇਹ ਮਿਸਮੈਨੇਜਮੈਂਟ ਦਾ ਨਤੀਜਾ ਹੈ। ਨਹੀਂ, ਕਿਉਂਕਿ ਇਸ ਕਰਕੇ ਖਿੱਚਣੀ ਪੈ ਰਹੀ ਹੈ। ਇਸ ਵੇਲੇ ਜਦੋਂ ਸਾਨੂੰ ਝੋਨੇ ਵਾਸਤੇ ਬਿਜਲੀ ਦੀ ਲੋੜ ਹੈਗੀ ਹੈ, ਉਹ ਤਾਂ ਹਰ ਵਾਰੀ ਭਾਅ ਨਹੀਂ ਪੁੱਛੇ ਜਾਂਦੇ ਮੱਛਕਾਂ ਦੇ, ਉਹ ਤਾਂ ਹਰ ਵਾਰੀ ਮੱਛਕਾਂ ਦੇ ਭਾਅ ਨਹੀਂ ਪੁੱਛੇ ਜਾਂਦੇ ਜਦੋਂ ਕੋਈ ਚੀਜ਼ ਖਰੀਦਣੀ ਹੋਵੇ। ਕਿਹੜਾ ਪੱਲੇ ਜਾਣੇ ਵਿੱਚੋਂ ਉਹ ਕਿਹੜਾ ਪੱਲੇ ਜਾਣੇ ਸਾਹਿਬ ਜਨਤਾ ਦੇ ਪੈਸੇ ਵਿੱਚੋਂ। ਸਰ ਸੁਣਤਾ ਰਹੋ ਗੱਲ ਮੇਰੀ ਹੁਣ। ਹਰਪ੍ਰੀਤ ਜੀ ਸੁਣਤਾ ਲਓ, ਮੈਨੂੰ ਕੰਪਲੀਟ ਤਾਂ ਕਰ ਲੈਣ ਦਿਓ। ਹਾਂਜੀ ਹਾਂਜੀ ਬੋਲੋ। ਤੇ ਬਰਾੜ ਸਾਹਿਬ ਥੋੜੀ ਬੋਲਣਗੇ ਗੱਲਾਂ, ਅਸੀਂ ਬੋਲਾਂਗੇ ਨਾ। ਬੋਲੋ ਸਾਬੋ ਦਾ ਯੂਨਿਟ ਹੈ ਜਦੋਂ ਚਿੱਟੇ ਹਾਥੀਆਂ ਦੇ ਵਿੱਚੋਂ ਤਲਵੰਡੀ ਸਾਬੋ ਵਾਲਾ ਇਹਨਾਂ ਦਾ ਜਵਾਬ ਦੇ ਗਿਆ ਥਰਮਲ, ਜਿਹੜਾ ਬਾਦਲਾਂ ਕਹਿੰਦੇ ਲਾਇਆ ਸੀਗਾ, ਜਿਹਦੇ ਵਿੱਚ ਕਲੌਜ਼ ਕੋਈ ਹੈ ਨਹੀਂ। ਕੀ ਗੱਲਾਂ ਕਰੀ ਜਾਂਦੇ ਆ? ਕਿਹੜੇ ਪਾਸੇ ਨੂੰ ਆਦੀਆਂ ਨਕਾਮੀਆਂ ਤੁਸੀਂ ਦੂਜਿਆਂ ਦਾ ਨਾਂ ਲੈ ਕੇ? ਤੁਸੀਂ ਜੇ ਕੋਈ ਗਲਤ ਹੋਇਆ ਕਾਰਵਾਈ ਕਿਉਂ ਨਹੀਂ ਕਰਦੇ? ਝੂਠ ਬੋਲਣ ਨੂੰ ਬਿਠਾਏ ਬੰਦ ਹੋ ਗਿਆ। ਅਸੀਂ 12 ਰੁਪਏ 40 ਪੈਸੇ ਕਿੰਨੇ ਪੈਸੇ ਕਿਹਨੂੰ ਦਿੰਦੇ ਆ ਵੀ ਦੱਸੋ। ਅਸੀਂ ਝੋਨਾ ਲਾਉਣਾ ਹੈ, ਸਾਨੂੰ ਮਹਿੰਗੀ ਮਿਲੇ ਸਸਤੀ ਮਿਲੇ, ਲਾਉਣਾ ਝੋਨਾ ਤਾਂ ਸੁੱਕੀ ਹੈ। ਅਸੀਂ ਪੂਰੀ ਕੋਸ਼ਿਸ਼ ਕਰਕੇ ਦੇ ਰਹੇ ਹਾਂ। ਇਸ ਵੇਲੇ ਮੱਛੀਆਂ ਦੇ ਭਾਅ ਨਹੀਂ ਦੇਖੇ ਜਾਂਦੇ। ਅੱਛਾ ਚਲੋ ਮਹਿੰਗੀ ਬਿਜਲੀ ਮਿਲਣੀ ਹੈ ਕਿਉਂਕਿ ਕਾਰਨ ਕੀ ਹੈ? ਜਿਹੜੀ ਐਕਸਚੇਂਜ ਦੇ ਵਿੱਚ ਮਿਲਦੀ ਹੈ, ਜਿਹੜੀ ਬਿਜਲੀ ਐਕਸਚੇਂਜ ਨਾਲ ਮਿਲਦੀ ਹੈ ਉਹ ਫਿਕਸ ਰੇਟ ਤੇ ਮਿਲਦੀ ਹੈ ਜੋ ਦਿੱਤੀ ਹੁੰਦੀ ਹੈਗੀ ਹੈ। ਜੋ ਅਸੀਂ ਓਪਨ ਮਾਰਕੀਟ ਦੇ ਵਿੱਚ ਉਹਦਾ ਰੇਟ ਹਰ ਘੰਟੇ ਦਾ ਅਲੱਗ ਹੈਗਾ, ਹਰ ਦਿਨ ਦਾ ਅਲੱਗ ਹੈਗਾ। ਜੋ ਰੇਟ ਪ੍ਰੀਵੈਲੈਂਟ ਹੈਗਾ ਨੈਸ਼ਨਲ ਗ੍ਰਿਡ ਦਾ ਸਾਨੂੰ ਦੇਣਾ ਪੈਂਦਾ ਹੈ। ਸਵੈਤ ਸਾਹਿਬ ਸਵਾਲ ਤਾਂ ਉਹੀ ਖੜਾ ਹੁੰਦਾ ਨਾ। ਦੇਣਾ ਪੈਣਾ। ਸਵੈਤ ਸਾਹਿਬ ਸਵਾਲ ਤਾਂ ਪੰਜਾਬ ਦੀ ਜਨਤਾ ਜੇ ਪੁੱਛ ਰਹੀ ਹੈ ਨਾ, ਜਦੋਂ ਸਾਡੇ ਕੋਲ ਬਿਜਲੀ ਸਰਪਲਸ ਹੈ ਬਾਹਰੋਂ ਕਿਉਂ ਖਰੀਦ ਰਹੇ ਆ? ਸਰਪਲਸ ਸੀਗੀ ਤਾਂ ਬਾਹਰੋਂ ਕਿਉਂ ਲੋੜ ਪੈ ਰਹੀ ਹੈ? ਬਾਹਰੋਂ ਤਾਂ ਖਰੀਦ ਰਹੇ ਆ ਇਹਨਾਂ ਦਾ ਅਕਾਲੀਆਂ ਦਾ ਜਿਹੜਾ ਇਹਨਾਂ ਦੇ ਸਿਆਪਾ ਪਾਇਆ ਹੈ। ਤੇ 4.5 ਸਾਲ ਹੋ ਗਏ ਬੈਠੇ ਕਰ ਰਹੀ ਹੈ। 4.5 ਸਾਲ ਹੋ ਗਏ ਕਾਰਵਾਈ ਨਹੀਂ ਕਰਦੇ ਜੇ ਕੋਈ ਗਲਤ ਹੈ ਤਾਂ। ਇਸ ਕਰਕੇ ਝੂਠ ਬੋਲੀ ਜਾਂਦੇ ਹੋ ਯਾਰ। 2 ਰੁਪਏ 86 ਪੈਸੇ ਨੂੰ ਤੁਸੀਂ ਵੱਧ ਰੇਟ ਦੱਸਦੇ ਆ। ਅੱਜ 12 ਰੁਪਏ 40 ਪੈਸੇ ਖਰੀਦ ਰਹੇ ਹੋ। ਇਹਨਾਂ ਨੇ ਪੁੱਛਿਆ ਜਸਟੀਫਿਕੇਸ਼ਨ ਤਾਂ ਦੇ ਦਿਓ ਯਾਰ। ਝੂਠ ਬੋਲਣ ਤੋਂ ਇਲਾਵਾ ਕੋਈ ਕੰਮ ਹੈਗਾ? ਅੱਛਾ ਵੀ ਗੱਲ ਦਾ ਜਵਾਬ ਦਿਓ। ਸਾਢੇ 4 ਸਾਲਾਂ ਚ ਉਹ ਥਰਮਲ ਪਾਵਰ ਪਲਾਂਟ ਕਿਉਂ ਨਹੀਂ ਬੰਦ ਕੀਤਾ? ਕਿਉਂ ਨਹੀਂ ਰਿਵਿਊ ਕੀਤੇ? 4.5 ਸਾਲਾਂ ਚ ਉਹੀ ਥਰਮਲ ਪਲਾਂਟ ਸੀਗਾ ਜਿੱਥੋਂ ਤੁਸੀਂ ਬਿਜਲੀ ਲੈਂਦੇ ਰਹੇ। ਇਸ ਵਾਰ ਤੁਸੀਂ ਉਸ ਥਰਮਲ ਪਲਾਂਟ ਨੂੰ ਕਹਿ ਰਹੇ ਹੋ ਚਿੱਟਾ ਹਾਥੀ ਹੈ। 4.5 ਸਾਲਾਂ ਚ ਬੰਦ ਕਿਉਂ ਨਹੀਂ ਕੀਤਾ ਉਹ ਚਿੱਟਾ ਹਾਥੀ? ਸਰ ਤੁਸੀਂ ਤੁਹਾਡੇ ਅੱਖਾਂ ਸਾਹਮਣੇ ਹੈ, ਦੀਵਾਰ ਤੇ ਲਿਖਿਆ ਹੋਇਆ ਹੈ। ਜਦੋਂ ਹੁਣ ਬਿਜਲੀ ਦੀ ਜਿਹੜੀ ਡਿਮਾਂਡ ਹੈਗੀ ਹੈ ਇੰਨੇ ਉੱਚੇ ਪਹੁੰਚ ਗਈ ਹੈ, ਜਦੋਂ ਲੋੜ ਸੀ, ਜਦੋਂ ਸਾਨੂੰ ਝੋਨੇ ਵਾਲੀ ਲੋੜ ਹੈਗੀ ਹੈ, ਜਦੋਂ ਸਾਨੂੰ 16,000 ਮੈਗਾਵਾਟ ਦੀ ਲੋੜ ਹੈਗੀ ਹੈ, ਉਦੋਂ ਪਲਾਂਟ ਬੰਦ ਹੋ ਜੇ ਤੇ ਸਾਡੇ ਕੋਲ ਕਲੌਜ਼ ਨਾ ਹੋਵੇ। ਤੁਹਾਡੇ ਮੰਤਰੀ ਤੱਕ ਸੁਖਜਿੰਦਰ ਰੰਧਾਵਾ, ਬਰਜਿੰਦਰ ਢਿੱਲੋਂ ਸਾਰੇ ਕਹਿੰਦੇ ਨੇ ਕਿ ਸਰਕਾਰ ਦੀ ਨਾਕਾਮੀ ਰਹੀ ਹੈ, ਤੁਹਾਡੀ ਮੈਨੇਜਮੈਂਟ ਦੀ ਨਾਕਾਮੀ ਰਹੀ ਹੈ। ਤੁਹਾਡੇ ਬੰਦੇ ਹੀ ਕਹਿੰਦੇ ਨੇ, ਤੁਸੀਂ ਅੱਜ ਗਰਮੀ ਨੂੰ ਕਹਿੰਦੇ ਹੋ ਕਿ ਡਿਮਾਂਡ ਤਾਂ ਪਹਿਲਾਂ ਹੀ ਪਤਾ ਸੀ ਨਾ। ਰਾਤੋਂ ਰਾਤ ਡਿਮਾਂਡ ਥੋੜੀ ਵੱਧ ਗਈ ਹੈ। ਹਾਂਜੀ ਪ੍ਰੋਫੈਸਰ ਸਾਹਿਬ ਇੱਕ ਮਿੰਟ ਪੰਜਾਬ ਸਰਕਾਰ ਦੀ ਮਿਸਮੈਨੇਜਮੈਂਟ ਹੈ। ਸਵੈਤ ਸਾਹਿਬ ਇੱਕ ਸੈਕਿੰਡ ਇੱਕ ਮਿੰਟ ਸਵੈਤ ਸਾਹਿਬ। ਵੱਡਾ ਫੈਕਟਰ ਹੈਗਾ ਇਹ ਜਿਹੜੇ ਗਲਤ ਕੀਤੇ ਹੋਏ ਨੇ, ਕਾਰਨਾਮੇ ਕੀਤੇ ਹੋਏ ਨੇ। ਸਭ ਤੋਂ ਵੱਡਾ ਕਾਰਨ ਇਹ ਹੈਗਾ। ਚਲੋ ਇੱਕ ਮਿੰਟ ਪ੍ਰੋਫੈਸਰ ਸਾਹਿਬ ਬੋਲੋ। ਇੱਕ ਮਿੰਟ ਸੰਗੜਾ ਸਾਹਿਬ ਸਿਰਫ ਇੱਕ ਮਿੰਟ ਦਿਓ, ਮੈਂ ਪ੍ਰੋਫੈਸਰ ਸਾਹਿਬ ਤੋਂ ਰਿਐਕਸ਼ਨ ਲੈ ਕੇ ਆਉਣਾ ਤੁਹਾਡਾ। ਕੋਈ ਵੀ ਸਟੇਟ ਜਿਹੜੀ ਆ ਉਹ ਇਨਫਰਾਸਟ੍ਰਕਚਰ ਤੋਂ ਬਗੈਰ, ਮਜ਼ਬੂਤ ਇਨਫਰਾਸਟ੍ਰਕਚਰ ਤੋਂ ਬਗੈਰ ਵਿਕਾਸ ਨਹੀਂ ਕਰ ਸਕਦੀ। ਉਹਦੇ 'ਚ ਸੜਕਾਂ ਵੀ ਆਉਂਦੀਆਂ, ਹੋਰ IT ਵੀ ਆਉਂਦਾ, ਔਰ ਉਹਦੇ ਵਿੱਚ ਖਾਸ ਕਰਕੇ ਬਿਜਲੀ ਤੇ ਬਹੁਤ ਹੀ ਇੰਪੋਰਟੈਂਟ ਇਨਪੁਟ ਹੈਗਾ। ਤੁਸੀਂ ਅੰਕੜੇ ਅੱਜ ਹੀ ਛਾਇਆ ਹੋਏ ਆ, ਜੇ ਅੰਕੜੇ ਦੇਖੋ ਤਾਂ ਪਿਛਲੇ 4-5 ਸਾਲ ਤੋਂ ਜਿਹੜੀ ਸਾਡੀ ਪਾਵਰ ਦੀ ਮੰਗ ਆ, ਬਿਜਲੀ ਦੀ ਮੰਗ ਆ, ਹਰ ਸਾਲ 900 ਤੋਂ 1000 ਮੈਗਾਵਾਟ ਹਰ ਸਾਲ ਵੱਧਦੀ ਜਾ ਰਹੀ ਹੈ। ਜੇ ਸਾਰਾ ਕੁਝ ਸੀਗਾ ਤੇ ਅਸੀਂ ਕੀਤਾ ਕੀ? ਗੱਲ ਤੇ ਸਵਾਲ ਤੇ ਇਹ ਆ। ਹੁਣ ਤੁਸੀਂ ਅਕਾਲੀਆਂ ਨੇ ਜੋ ਗਲਤ ਕੀਤਾ ਉਹ ਸਾਰਾ ਕੀਤਾ, ਉਹ ਮੰਨ ਲਓ ਕਿ ਬਿਲਕੁਲ ਹੀ ਗਲਤ ਕੀਤਾ, ਪਰ ਹੁਣ ਤੇ ਸਰਕਾਰ ਤੁਹਾਡੀ ਆ। ਤੁਸੀਂ ਸਵੈ ਸਾਹਿਬ ਘੱਟੋ ਘੱਟ ਸਰ ਮੈਂ 4 ਸਾਲ ਜੋ ਗੱਲ ਤੇ ਖਤਮ ਕਰ ਦਿਓ ਯਾਰ। ਤੁਸੀਂ ਸਿਆਣੇ ਬਿਆਣੇ ਇੰਜ ਨਾ ਕਰਿਓ। ਮੇਰਾ ਤੇ ਇੰਨਾ ਹੀ ਕਹਿਣਾ, ਘੱਟੋ ਘੱਟ ਇੰਨਾ ਹੀ ਕਰ ਦਿੰਦੇ ਕਿ ਜੇ ਤੁਸੀਂ ਘੱਟੋ ਘੱਟ ਇੰਨਾ ਕਰ ਦਿੰਦੇ ਕਿ ਜੇ ਤੁਸੀਂ ਲੋੜ ਪੈਣ ਤੇ ਜਾਨੀ ਮਈ, ਜੂਨ, ਜੁਲਾਈ, ਅਗਸਤ ਜਦੋਂ ਪੀਕ ਪੀਰੀਅਡ ਹੈ 3-4 ਮਹੀਨੇ, ਜੇ ਕੋਈ ਸਾਨੂੰ ਤੁਸੀਂ ਸਪਲਾਈ ਘੱਟ ਕੀਤੀ ਅਸੀਂ 4 ਗੁਣਾ ਤੁਹਾਡੇ ਤੋਂ ਚਾਰਜ ਲਵਾਂਗੇ। ਤੁਸੀਂ ਕੀ ਸਮਝਿਆ ਆਪਣੇ ਆਪ ਨੂੰ?
ਜਦੋਂ ਤੁਹਾਨੂੰ ਪੀਕ ਪੀਰੀਅਡ ਇੱਕ ਮਾਰਚ ਵਿੱਚ ਯੂਨਿਟ ਬੰਦ ਕਰਤਾ, ਇੱਕ ਹੁਣ ਬੰਦ ਕਰਤਾ, ਇੱਕ ਅੱਜ ਬੰਦ ਹੋ ਗਿਆ, ਪੂਰਾ ਪੱਠਾ ਬਿਠਾਤਾ। ਔਰ ਆਪਣੀ ਜਿਹੜੀ ਸਰਕਾਰ ਆਏ, ਤੁਹਾਡੀ ਗੱਲ ਮੈਂ ਮੰਨਦਾ ਕਿ ਸਰਕਾਰ ਨੂੰ ਹਰ ਹਾਲਤ ਇਸ ਵੇਲੇ ਬਿਜਲੀ ਦੇਣੀ ਚਾਹੀਦੀ ਆ, ਕਿਉਂਕਿ ਕਿਸਾਨ ਬਹੁਤ ਕਸੂਤੇ ਫਸ ਗਏ ਆ। ਉਹ ਬੀਜੀ ਫਸਲ ਜਿਹੜੀ ਆ ਉਹਨਾਂ ਨੂੰ ਵਾਹੁਣੀ ਪੈਣ ਦੇ ਉੱਤੇ ਕਦਾਰ ਦੇ ਉੱਤੇ ਪਹੁੰਚੀ ਹੋਇਆ, ਤੇ 12.5 ਜਾਂ 12 ਰੁਪਏ 40 ਪੈਸੇ ਪਰ ਯੂਨਿਟ ਜਿਹੜੀ ਬਿਜਲੀ 400 ਮੈਗਾਵਾਟ ਜਿਹੜੀ ਉਹ ਖਰੀਦਣੀ ਪੈ ਰਹੀ ਆ। ਬਾਕੀ ਦਾ ਤੇ ਚਲੋ ਰੇਟ ਠੀਕ ਠਾਕ ਉਹਨਾਂ ਹੈਗਾ। ਇਸ ਲਈ ਇਹ ਮਿਸਮੈਨੇਜਮੈਂਟ ਆ, ਮਿਸ ਗਵਰਨੈਂਸ ਆ। ਪਤਾ ਹੋਣਾ ਚਾਹੀਦਾ ਕਿ ਜਦੋਂ ਪਿਛਲੇ 2011 12 ਜਾਂ ਨਾ ਸੌਰੀ 15 16 17 18 19 20 ਲਗਾਤਾਰ ਇਹ ਵੱਧਦੀ ਜਾ ਰਹੀ ਹੈ ਡਿਮਾਂਡ, ਤੇ ਉਹਦੇ ਮੁਤਾਬਕ ਈਵਨ ਇਹਨਾਂ ਨੇ ਅਜੇ ਤੱਕ ਜਿਹੜੀ ਟਰਾਂਸਮਿਸ਼ਨ ਦੀ ਅਪਗ੍ਰੇਡੇਸ਼ਨ ਕਰਨੀ ਆ ਬਾਹਰੋਂ ਖਰੀਦ ਕੇ, ਮੰਨ ਲਓ ਅੱਜ ਦੀ ਲੋੜ ਆ 8000 ਮੈਗਾਵਾਟ ਬਾਹਰੋਂ ਬਿਜਲੀ ਲੈਣ ਦੀ, ਨਹੀਂ ਕੀਤੀ, ਅਪਗ੍ਰੇਡੇਸ਼ਨ ਹੀ ਨਹੀਂ ਕੀਤੀ, ਤੁਸੀਂ ਲੈ ਹੀ ਨਹੀਂ ਸਕਦੇ ਆ, ਉਹ ਸਿਸਟਮ ਫੇਲ ਹੋ ਜੂ, ਕਲੈਪਸ ਕਰ ਜੂਗਾ। ਇਸ ਲਈ ਤੁਸੀਂ ਇਹ ਨਾ ਸਾਰਾ ਕਹੋ ਕਿ ਅਸੀਂ ਤਾਂ ਬਿਲਕੁਲ ਦੁੱਧ ਧੋਤੇ ਆ, ਫਲਾਣੇ ਨੇ ਕਰਤਾ, ਉਹਨੇ ਕਰਤਾ, ਉਹਨਾਂ ਨੇ ਵੀ ਕੀਤਾ ਹੋਊਗਾ, ਉਹਦੀ ਤਹਿਕੀਕਾਤ ਕਰਨੀ ਚਾਹੀਦੀ ਸੀ, ਤੇ ਉਹ ਵੀ ਪਿੰਨ ਪੁਆਇੰਟ ਕਰਦੇ, ਉਹ ਤਾਂ ਕਹਿ ਰਹੇ ਆ, ਉਹ ਕੀਤਾ ਨਹੀਂ। ਨਵਾਂ ਕੁਝ ਜਿਹੜਾ ਲੋੜ ਬਣਦੀ ਸੀ ਕਿ ਤੁਹਾਡੇ 4 4.5 ਸਾਲ ਪਾਵਰ ਮੈਨੇਜਮੈਂਟ ਦੀ, ਉਹ ਕੀਤੀ ਨਹੀਂ। ਮੈਂ ਅੱਜ ਹੀ ਪੜ੍ਹ ਰਿਹਾ, CMD ਨਹੀਂ ਲਾਇਆ ਜਿਹੜਾ ਟਰਾਂਸਮਿਸ਼ਨ ਦੇ ਵੇਲੇ, ਅੱਜ ਤੱਕ 11 ਸਾਲ ਹੋ ਗਏ ਤੁਸੀਂ ਨਹੀਂ ਲਾਇਆ, ਉਹ ਕਿਸੇ ਨੇ ਲਾਉਣਾ। ਇੰਜ ਨਾ ਤੁਸੀਂ ਕਹੋ ਕਿ ਤੁਸੀਂ ਬਿਲਕੁਲ ਠੀਕ ਠਾਕ ਕਰ ਰਹੇ ਆ, ਪਰ ਹੋਰ ਹੀ ਕੁਝ ਰੱਬ ਹੀ ਕਰੀ ਜਾਂਦਾ, ਇੰਜ ਨਹੀਂ ਹੈ। ਰੱਬ ਦੀ ਵੀ ਚਲੋ ਮੰਨ ਲਓ ਕਿ ਸੋਕਾ ਪੈ ਗਿਆ, ਜ਼ਿਆਦਾ ਲੋਡ ਅਚਾਨਕ ਬਣ ਗਈ, ਤੁਸੀਂ ਕਰ ਰਹੇ ਆ, ਪਰ ਜੋ ਥਰਮਲ ਯੂਨਿਟਾਂ ਦਾ, ਖਾਸ ਕਰ ਜਿਹੜੇ ਪ੍ਰਾਈਵੇਟ ਯੂਨਿਟਾਂ ਦਾ ਜੋ ਵੀ ਸਮਝੌਤੇ ਹੋਏ ਸੀ, ਜੋ ਤੁਹਾਡੇ ਆਪਣੇ ਬੰਦੇ ਲਗਾਤਾਰ ਰੋਜ਼ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਹੇ ਆ, ਤੁਸੀਂ ਤੇ ਉਹਨਾਂ ਦੀ ਨਹੀਂ ਸੁਣਦੇ, ਤੁਸੀਂ ਦੂਜਿਆਂ ਦੀ ਕੀ ਸੁਣਦੇ? ਹਾਂ ਬਰਾੜ ਸਾਹਿਬ, ਜਿਹੜੀ ਗੱਲ ਇੱਕ ਗੱਲ ਮੈਂ ਐਡ ਆਨ ਕਰਦਾ, ਜਿਹੜੀ ਸਵੈਤ ਸਾਹਿਬ ਨੇ ਪਿਛਲੀ ਡਿਬੇਟ 'ਚ ਵੀ ਕਹੀ ਸੀ ਕਿ ਤੁਸੀਂ ਅਜਿਹਾ ਵੀ ਕਲੌਜ਼ ਨਹੀਂ ਪਾਇਆ ਹੋਇਆ ਕਿ ਜੇਕਰ ਸਾਨੂੰ ਉਹ ਬਿਜਲੀ ਸਪਲਾਈ ਨਹੀਂ ਟਾਈਮ ਸਿਰ ਕਰਦੇ ਤਾਂ ਵੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹੋਵੇ, ਐਵੇਂ ਦਾ ਵੀ ਕਲੌਜ਼ ਤੁਸੀਂ ਨਹੀਂ ਪਾਇਆ ਸਮਝੌਤੇ ਵਿੱਚ। ਜੀ ਇਹ ਮਿਸਲੀਡ ਕਰ ਰਹੇ ਆ ਪੰਜਾਬ ਦੀ ਜਨਤਾ ਨੂੰ। ਇੱਕ ਗੱਲ, ਜਿਸ ਕਿਸਮ ਦੀ ਐਮਰਜੈਂਸੀ ਬਣੀ ਹੋਈ ਹੈ ਨਾ, ਪ੍ਰੋਫੈਸਰ ਸਾਹਿਬ ਤਾਇਦ ਕਰ ਦੇਣਗੇ, ਜੇ ਐਜ਼ ਏ ਵਕੀਲ ਵੀ ਸਵੈਤ ਸਾਹਿਬ ਤਾਇਦ ਕਰ ਦੇਣਗੇ, ਪਰ ਐਜ਼ ਏ ਕਾਂਗਰਸ ਦਾ ਪ੍ਰਵਕਤਾ ਨਹੀਂ ਕਰਨਗੇ। ਜਿਸ ਕਿਸਮ ਦਾ ਐਮਰਜੈਂਸੀ ਮਾਹੌਲ ਬਣਿਆ ਪਿਆ, ਮੈਂ ਤਾਂ ਕਹਿਣਾ ਐਮਰਜੈਂਸੀ ਕਲੌਜ਼ ਲਾ ਕੇ ਜੇਲ੍ਹ 'ਚ ਸੁੱਟੋ ਉਹਨਾਂ ਨੂੰ ਫੜ ਕੇ। ਕਿਉਂ ਨਹੀਂ ਕਰ ਸਕਦੇ ਤੁਸੀਂ? ਜੇ ਤੁਹਾਨੂੰ ਲੱਗਦਾ ਉਹਨਾਂ ਨੇ ਜਾਣਬੁੱਝ ਕੇ ਬੰਦ ਕੀਤਾ ਤੇ ਉਹਨਾਂ ਨੂੰ ਲਾ ਕੇ ਐਮਰਜੈਂਸੀ ਕਲੌਜ਼, ਭਾਵੇਂ ਫੌਜ ਕਿਉਂ ਨਾ ਲਿਆਉਣੀ ਪਵੇ, ਫੜ ਕੇ ਜੇਲ੍ਹ 'ਚ ਸੁੱਟ ਦਿਓ ਉਹਨਾਂ ਨੂੰ। ਐਵੇਂ ਝੂਠੀਆਂ ਗੱਲਾਂ ਕਰੀ ਜਾਂਦੇ ਆ, ਨਾ ਇਹਨਾਂ ਦਾ ਇਸ ਕੰਮ ਵੀ ਨਹੀਂ ਧਿਆਨ ਹੈ, ਨਾ ਸਰਕਾਰ ਚਲਾਉਣ ਵੀ ਨਹੀਂ ਧਿਆਨ ਹੈ। ਫਿਰ ਜਿਹੜੀ ਹੁਣੇ ਪ੍ਰੋਫੈਸਰ ਸਾਹਿਬ ਨੇ ਗੱਲ ਕਰੀ ਆ, ਮੈਂ ਥੋੜੀ ਜ਼ੋਰ ਨਾਲ ਦੁਹਰਾ ਦਿਆਂ, 4.5 ਸਾਲਾਂ ਦੇ ਵਿੱਚ ਇੱਕ ਵੀ ਮੈਗਾਵਾਟ, ਇੱਕ ਵੀ ਯੂਨਿਟ ਬਿਜਲੀ ਪੈਦਾ ਕਰਨ ਲਈ ਤੁਸੀਂ ਕੋਈ ਤਰੱਦਦ ਕੀਤਾ? ਜੇ 800-900 ਮੈਗਾਵਾਟ ਹਰ ਸਾਲ ਡਿਮਾਂਡ ਵਧਦੀ ਹੈ, ਤੇ ਤੁਸੀਂ ਹੱਥ ਤੇ ਹੱਥ ਧਰ ਕੇ ਉਹ ਸ਼ੀਸ਼ਮਾਂ ਵਾਲੇ ਫਾਰਮ ਹਾਊਸ 'ਚ ਬੈਠੇ ਹੋ, ਤੇ ਸਰਕਾਰ ਸੁੱਤੀ ਪਈ, ਜਿੰਨੇ ਕ ਅਫਸਰ ਚਲਾਈ ਜਾਂਦੇ ਆ, ਨਾ ਉਹਨਾਂ ਨੂੰ ਕੋਈ ਪੈਸਾ ਦੇਣਾ, ਨਾ ਕੋਈ ਉਹਨਾਂ ਨੂੰ ਮੀਟਿੰਗਾਂ ਕਰਨੀਆਂ, ਤੇ ਕਿਵੇਂ ਚੱਲੇਗਾ? ਇੱਕ ਗੱਲ। ਦੂਜੀ ਗੱਲ, ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਹਰਪ੍ਰੀਤ ਜੀ, ਆਮ ਆਦਮੀ ਪਾਰਟੀ ਵਾਲੇ ਬਹੁਤ ਰੌਲਾ ਪਾਉਂਦੇ ਆ, ਇੱਥੇ ਪ੍ਰਾਈਵੇਟ ਥਰਮਲ ਪਲਾਂਟਾਂ ਤੇ ਬਹੁਤ ਰੌਲਾ ਪਾਉਂਦੇ ਆ। ਦਿੱਲੀ ਦੇ ਵਿੱਚ ਸਾਰੀ ਪ੍ਰਾਈਵੇਟ ਤੋਂ ਬਿਜਲੀ ਖਰੀਦਦੇ ਆ, ਤੇ ਜਿਹੜੇ ਥੋੜੇ ਜਿਹੇ ਯੂਨਿਟ ਮਾਫ ਕਰਕੇ ਨਾ, ਬਾਕੀ ਸ਼ੁਰੂ ਰੇਟ 8 9 10 ਰੁਪਏ ਤੋਂ ਹੁੰਦਾ, ਤੇ ਫਿਰ ਭਾਈ ਤੁਸੀਂ ਕਿਉਂ ਨਹੀਂ ਸਰਕਾਰ ਦਾ ਲਾਇਆ ਅੱਜ ਤੱਕ? 7 ਸਾਲ ਹੋ ਗਏ, ਤੁਸੀਂ ਉਹ ਸਮਝੌਤੇ ਵੀ ਨਹੀਂ ਰੱਦ ਕੀਤੇ, ਤੇ ਨਾ ਹੀ ਕੋਈ ਸਰਕਾਰ ਦਾ ਆਪਦਾ ਲਾਇਆ। ਇਸ ਕਰਕੇ ਗੱਲਾਂ ਜਿਹੜੀਆਂ ਨਾ ਕਰਨੀਆਂ ਢੇਰ ਸੁਖਾਲੀਆਂ ਨੇ, ਜਦੋਂ ਆਪ ਨੂੰ ਕਰਨਾ ਪੈਂਦਾ ਨਾ, ਗੁੰਦਣਾ ਪੈਂਦਾ ਸਿਰ, ਉਦੋਂ ਪਤਾ ਲੱਗਦਾ ਵੀ ਗੁੰਦੀ ਦਾ ਕਿ ਨਹੀਂ ਗੁੰਦੀ ਦਾ। ਦਿੱਲੀ ਤੁਸੀਂ ਕਰਦੇ ਨਹੀਂ, ਪੰਜਾਬ ਲਈ ਸੁਪਨੇ ਦਿਖਾਉਣੇ ਹੋ, ਤੇ ਕਾਂਗਰਸ ਪਾਰਟੀ ਜਿਹੜੀ ਹੱਥ ਤੇ ਹੱਥ ਧਰੀ ਬੈਠੀ ਹੈ। ਹੁਣ ਅੱਗੇ ਕਿਸਾਨਾਂ ਦੇ ਅਸੀਂ ਵੱਡੇ ਹਮਾਇਤੀ ਆ, ਕਿਸਾਨਾਂ ਦਾ ਤਾਂ ਪੱਠਾ ਬਿਠਾਤਾ, ਜਿਹਦੇ ਖੇਤ ਸੁੱਕੇ ਪਏ, ਇਸ ਤੋਂ ਬਾਅਦ ਤੁਸੀਂ ਬਿਜਲੀ ਕਿੱਥੋਂ ਦਿਓਗੇ ਹੁਣ? ਹਾਂਜੀ ਸੰਗੜਾ ਸਾਹਿਬ ਵਾਰ-ਵਾਰ ਇਸ਼ਾਰਾ ਕਰ ਰਹੇ ਸੀ, ਫਿਰ ਸਵੈਤ ਸਾਹਿਬ। ਦੇਖੋ ਹਰਪ੍ਰੀਤ ਜੀ, ਮੈਂ ਬਰਾੜ ਸਾਹਿਬ ਵਾਂਗੂ ਹਰ ਗੱਲ 'ਚ ਆਮ ਆਦਮੀ ਪਾਰਟੀ ਦੇ ਦੋਸ਼ ਨਹੀਂ ਲਾਉਂਗਾ, ਮੈਂ ਮੈਰਿਟ ਤੇ ਗੱਲ ਕਰੂੰਗਾ। ਹਰਪ੍ਰੀਤ ਜੀ, ਜਿਹੜੀ ਸਵੈਤ ਸਾਹਿਬ ਨੇ ਗੱਲ ਕਹੀ ਹੈ ਨਾ ਵੀ 4.5 ਸਾਲ ਪੁਰਾਣੇ ਪਹਿਲਾਂ, ਦੇਖੋ ਜਿਹੜੇ ਸਮਝੌਤੇ ਹੋਏ ਸੀ, MOU ਸਾਈਨ ਕੀਤੇ ਗਏ ਆ, ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਜਿਹੜਾ ਅਸੀਂ ਵੀ ਲਗਾਇਆ, ਕਾਂਗਰਸ ਵੀ ਲਾਉਂਦੀ ਆ, ਉਹ ਸਮਝੌਤਿਆਂ ਦੇ ਹਿਸਾਬ ਨਾਲ ਬਿਜਲੀ ਮਹਿੰਗੀ ਹੋਣ ਦਾ ਲਾ ਰਹੇ ਆ ਅਸੀਂ, ਨਾ ਕਿ ਉਹ ਯੂਨਿਟ ਮਾੜੇ ਆ ਤੇ ਯੂਨਿਟ 'ਚ ਨੁਕਸ ਜਿਹੜਾ ਪੈ ਗਿਆ ਉਹ 4.5 ਸਾਲ ਪੁਰਾਣੀ ਸਰਕਾਰ ਕਰਕੇ ਪੈ ਗਿਆ। ਇਹ ਗਲਤ ਗੱਲ ਹੈ ਇਹਨਾਂ ਦੀ, ਸਵੈਤ ਸਾਹਿਬ ਦੀ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਬੁਰੀ ਤਰ੍ਹਾਂ ਫੇਲ ਹੋਈ ਆ, ਨਾ ਇਹਨਾਂ ਨੇ ਕੈਪੈਸਿਟੀ ਵਧਾਈ ਆ, ਨਾ ਇਹਨਾਂ ਦੀ ਮੈਨੇਜਮੈਂਟ ਠੀਕ ਆ, ਮਿਸ ਮੈਨੇਜਮੈਂਟ ਹੈ। ਤੇ ਬਰਾੜ ਸਾਹਿਬ ਜਦੋਂ ਸੂਤ ਲੱਗਦਾ ਉਦੋਂ ਦਿੱਲੀ ਜਾ ਵੜਦੇ ਆ। ਦਿੱਲੀ 'ਚ ਅਸੀਂ ਸਮਝੌਤੇ ਜਿਹੜੇ ਸੂਤ ਲੱਗਦਾ ਮਾਡਲ ਦਿੱਲੀ ਦੇ ਸੋ ਉਹਦੇ ਵਿੱਚ ਨਹੀਂ, ਮੈਨੂੰ ਹੁਣ ਗੱਲ ਤਾਂ ਕਰ ਲੈਣ ਦਿਓ। ਇਹ ਪੰਜਾਬ ਵਿੱਚ ਜਿਹੜਾ ਪਾਵਰ ਦਾ ਫੇਲਰ ਆ, ਇਹ ਕੱਲਾ ਦੇਖੋ ਖੇਤੀਬਾੜੀ ਕਿਸਾਨ ਸਫਰ ਕਰ ਰਿਹਾ। 6000 ਕਰੋੜ ਰੁਪਏ ਦਾ ਇੰਡਸਟਰੀ ਨੂੰ ਘਾਟਾ ਪੈ ਚੁੱਕਾ, ਜਿਹੜੀ ਇਹਨਾਂ ਨੇ ਬੰਦ ਕਰਾਤੀ ਆ ਬਿਜਲੀ ਘਾਟਾ। 500 ਕਰੋੜ ਰੋਜ਼ ਦਾ ਨੁਕਸਾਨ ਹੋ ਰਿਹਾ। ਇਹ ਜਿਹੜੀ ਪੰਜਾਬ ਦੀ ਟੋਟਲ ਫੇਲਰ ਆ, ਇਹਦੇ ਵਿੱਚ ਪਿਛਲੀ ਸਰਕਾਰ ਦਾ ਕੋਈ ਕਸੂਰ ਨਹੀਂ, ਮੈਨੂੰ ਕੋਈ ਇਹ ਕਹਿਣ 'ਚ ਹਰਜ ਨਹੀਂ ਹੈ। ਪਿਛਲੀ ਸਰਕਾਰ ਦਾ ਅਸੀਂ ਕਹਿੰਦੇ ਆ ਸਮਝੌਤੇ ਜਿਹੜੇ ਆ, ਉਹਦੇ ਨਾਲ ਬਿਜਲੀ ਹਾਂਜੀ ਸਵੈਤ ਸਾਹਿਬ ਤੋਂ ਲੈ ਗਿਆ ਹੁਣ ਜਵਾਬ। ਕਿਉਂ ਨਹੀਂ ਕੀਤੇ? ਨਵੇਂ ਯੂਨਿਟ ਕਿਉਂ ਨਹੀਂ ਲਗਾਏ ਇਹਨਾਂ ਨੇ? ਦੋ ਸਿੰਪਲ ਜਿਹੇ ਸਵਾਲ ਫੇਲ ਹੋਈ ਹੈ ਸਵੈਤ ਸਾਹਿਬ, ਦੋ ਸਿੰਪਲ ਜਿਹੇ ਸਵਾਲ।
ਹਰ ਸਾਲ ਆਪਣੀ ਮੰਗ ਵੱਧਦੀ ਹੈ, ਸਾਨੂੰ ਵੀ ਪਤਾ ਹੈ। ਉਸ ਵੱਧਦੀ ਮੰਗ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਤੁਹਾਡੀ ਸਰਕਾਰ ਨੇ ਕੀ ਉਪਰਾਲਾ, ਕੀ ਅਜਿਹੀ ਕੋਸ਼ਿਸ਼ ਕੀਤੀ ਕਿ ਇੰਨੇ ਮੈਗਾਵਾਟ ਸਾਨੂੰ ਬਿਜਲੀ ਵੱਧ ਚਾਹੀਦੀ ਹੈ ਤੇ ਵੱਧ ਪੈਦਾ ਕੀਤੀ ਜਾਵੇ? ਪਹਿਲਾ ਸਵਾਲ। ਦੂਜਾ ਸਵਾਲ ਕਿ ਜਿਹੜੇ ਪਲਾਂਟ ਬੰਦ ਹੋ ਗਏ, ਯੂਨਿਟ ਬੰਦ ਹੋ ਗਏ, ਉਹ ਵੀ ਯੂਨਿਟ ਬੰਦ ਇਸ ਕਰਕੇ ਹੋਏ ਨੇ ਕਿਉਂਕਿ 4.5 ਸਾਲ ਪਹਿਲਾਂ ਕਰਾਰ ਕੋਈ ਹੋ ਗਿਆ ਸੀਗਾ, ਇਸ ਕਰਕੇ ਯੂਨਿਟ ਬੰਦ ਹੋ ਗਿਆ ਅੱਜ। ਹਰਪ੍ਰੀਤ ਜੀ, ਇਹਦੇ ਵਾਸਤੇ ਨਾ ਦੇਖੋ, ਹੈ ਤਾਂ ਇਹ ਜਿਹੜੀਆਂ ਐਕਸਪਰਟ ਦੀਆਂ ਗੱਲਾਂ ਕਰਨ ਵਾਲੀਆਂ ਨੇ, ਲੇਕਿਨ ਜਿੰਨਾ ਕਿ ਮੈਨੂੰ ਪਤਾ ਹੈ ਜੀ ਉਹਦੇ ਬਾਰੇ ਮੈਂ ਗੱਲ ਕਰਦਾ ਹਾਂ ਕਿ ਜਿਹੜੀ ਪ੍ਰੋਡਕਸ਼ਨ ਦੀ ਗੱਲ ਹੈਗੀ ਹੈ, ਸਾਡੇ ਕੋਲ ਥਰਮਲ ਪਲਾਂਟਸ ਜਿਹੜੇ ਜਿਵੇਂ ਇਹਨਾਂ ਨੇ ਲਾਏ, ਗਲਤ ਲਾਏ, ਠੀਕ ਲਾਏ, ਐਗਰੀਮੈਂਟ ਗਲਤ ਕੀਤੇ, ਠੀਕ ਕੀਤੇ, ਉਹਦੇ ਨਾਲ ਜਿਹੜੀ ਕੋਲ ਬੇਸ ਸਾਡੀ ਥਰਮਲ ਜਿਹੜੀ ਪ੍ਰੋਡਕਸ਼ਨ ਹੈਗੀ ਬਿਜਲੀ ਦੀ, ਉਹ ਬਹੁਤ ਹੈਗੀ ਹੈ। ਠੀਕ ਹੈ ਨਾ ਜੀ। ਹੁਣ ਜ਼ੋਰ ਕੀ ਹੈ ਸੈਂਟਰਲ ਗਵਰਨਮੈਂਟ ਦਾ ਤੇ ਇੰਟਰਨੈਸ਼ਨਲ ਐਗਰੀਮੈਂਟ ਦੇ ਅੰਡਰ ਹੈਗਾ ਕਿ ਜਿਹੜੀ ਕਲੀਨ એનર્ਜੀ ਹੈਗੀ ਉਹਨੂੰ ਤੁਸੀਂ ਪ੍ਰਮੋਟ ਕਰਨਾ, ਉਹਦੇ ਅੰਡਰ ਅੱਜ ਹੀ ਪ੍ਰਮੋਟ ਹੋਈ। 1 ਨੰਬਰ 2 ਪ੍ਰੋਡਕਸ਼ਨ। ਪਹਿਲੀ ਤੇ ਆਓ, ਪਹਿਲੀ ਤੇ ਆਓ। ਮੇਰਾ ਸਵਾਲ ਦੁਬਾਰਾ ਦੁਹਰਾ ਦੇਣਾ ਨਾ, ਨਹੀਂ ਤੁਸੀਂ ਸਵਾਲ ਦਾ ਜਵਾਬ ਨਹੀਂ ਦਿਓਗੇ ਤਾਂ ਮੈਂ ਅੱਗੇ ਨਹੀਂ ਵਧਣਾ। ਮੈਂ ਤੁਹਾਨੂੰ ਪੁੱਛਿਆ ਤੁਸੀਂ ਪ੍ਰੋਡਕਸ਼ਨ ਵਧਾਈ ਹੈ ਕਿ ਨਹੀਂ ਵਧਾਈ 4.5 ਸਾਲਾਂ 'ਚ, ਉਹਦਾ ਜਵਾਬ ਦਿਓ। ਇਹ ਖੱਬੇ ਸੱਜੇ ਨਾ ਜਾਓ ਕਿ ਫਲਾਣੇ ਕਿਸੇ ਤੇ ਕੋਈ ਪ੍ਰੋਡਕਸ਼ਨ ਨਹੀਂ ਵਧਾਈ। ਸਾਨੂੰ ਅਵੇਲੇਬਿਲਟੀ ਹੈਗੀ ਹੈ, ਜਦੋਂ ਸਾਨੂੰ ਮੇਰੇ ਕੋਲ ਦੇਖੋ ਫਿਗਰ ਐਗਜ਼ੈਕਟ ਫਿਗਰ ਪਏ ਸੀ, ਮੇਰੇ ਕੋਲ ਪੇ ਫਿਗਰ ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਦੱਸਦਾ ਤੇਰਾ ਤੁਸੀਂ ਮੈਨੂੰ ਗੱਲ ਪੂਰੀ ਕਰ ਲੈਂਦੇ ਸੁਣ ਲਓ ਨਾ ਜਿੰਨੀ। ਬੋਲੋ ਸਵੈਚ ਸਾਹਿਬ ਬੋਲੋ। ਤੁਹਾਡੀ ਡਿਮਾਂਡ ਜਿਹੜੀ ਹੈ, 1 ਮਿੰਟ, 2000 ਮੈਗਾਵਾਟ ਤੁਹਾਨੂੰ ਘੱਟ ਪੈ ਰਹੀ ਹੈ, ਤੁਹਾਨੂੰ ਇਹ ਗੱਲ ਪਤਾ ਹੈ? 500 ਮੈਗਾਵਾਟ ਹਰ ਸਾਲ ਵਧੀ ਹੈ ਤੇ 2000 ਮੈਗਾਵਾਟ ਤੁਹਾਨੂੰ ਘੱਟ ਪੈ ਰਹੀ ਹੈ। ਉਹ 2000 ਮੈਗਾਵਾਟ ਤੁਹਾਡੇ ਕੋਲ ਨਹੀਂ ਹੈ। ਉਹ 2000 ਮੈਗਾਵਾਟ ਪੈਦਾ ਕਰਨ ਲਈ ਤੁਸੀਂ 4.5 ਸਾਲਾਂ 'ਚ ਕੀ ਕੀਤਾ? ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਲਾਸਿਸ ਜਿਹਦਾ ਟਰਾਂਸਮਿਸ਼ਨ ਲਾਸਿਸ ਕਰਕੇ ਬਿਜਲੀ ਦਾ ਨੁਕਸਾਨ ਹੋ ਰਿਹਾ ਹੈ। ਟਰਾਂਸਮਿਸ਼ਨ ਲਾਸਿਸ ਉਹ 2000 ਮੈਗਾਵਾਟ ਟਰਾਂਸਮਿਸ਼ਨ ਲਾਸਿਸ। ਉਹ ਸਵੈਚ ਸਾਹਿਬ ਕਿਹੜੀਆਂ ਗੱਲਾਂ ਕਰਦੇ ਹੋ? ਸਵੈਚ ਸਾਹਿਬ ਮੈਂ ਪੂਰੀ ਰਿਸਰਚ ਕੀਤੀ, ਸਵੈਚ ਸਾਹਿਬ ਪੂਰੀ ਰਿਸਰਚ ਕੀਤੀ, ਸਵੈਚ ਸਾਹਿਬ ਤੁਹਾਡੇ ਇੰਜੀਨੀਅਰ, ਤੁਹਾਡੇ ਸੀਐਮਡੀ ਤੱਕ ਇਹ ਕਹਿੰਦੇ ਨੇ ਜ਼ੀਰੋ ਲਾਸ ਤੇ ਚੱਲ ਰਿਹਾ, ਜ਼ੀਰੋ ਲਾਸ, ਕੋਈ ਬਿਜਲੀ ਚੋਰੀ ਨਹੀਂ ਹੋ ਰਹੀ, ਕੋਈ ਬਿਜਲੀ ਕੁੰਡੀ ਨਹੀਂ ਪੈ ਰਹੀ, ਕੁਝ ਨਹੀਂ ਹੋ ਰਿਹਾ। ਤੁਸੀਂ 2000 ਮੈਗਾਵਾਟ, ਤੁਸੀਂ ਸਵੈਚ ਸਾਹਿਬ ਇਹ ਕਹਿ ਰਹੇ ਹੋ 2000 ਮੈਗਾਵਾਟ ਕੋਲ ਅੰਕੜੇ ਪਏ ਆ, 2000 ਮੈਗਾਵਾਟ ਘਟ ਰਹੀ ਹੈ। ਉਹ ਸਰ ਮੇਰੇ ਹਾਂ ਯੈਸ ਮੇਰੇ ਕੋਲ ਅੰਕੜੇ ਪਏ ਹੈਗੇ ਆ ਕਿੰਨੇ ਫੜਨੇ ਆ ਕਿ ਟਰਾਂਸਮਿਸ਼ਨ ਲਾਸਿਸ ਜਿਹੜੀਆਂ ਹੈਗੀਆਂ, ਟਰਾਂਸਮਿਸ਼ਨ ਲਾਸਿਸ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਵੀ ਕੀਤੀਆਂ ਨੇ, ਲੇਕਿਨ ਹਲੇ ਵੀ 2000 ਮੈਗਾਵਾਟ ਹੋ ਚੋਰੀ ਵੀ ਆਉਂਦੀ ਹੈਗੀ ਹੈ। ਇਹਦੇ ਤੇ ਮੈਂ ਕਹਿੰਦਾ ਐਗਜ਼ੈਕਟ ਨੂੰ ਜਿਹੜਾ ਹੈਗਾ ਉਹ 2000 ਨਹੀਂ ਹੋਊਗਾ, ਘੱਟ ਹੋਏਗਾ, ਲੇਕਿਨ ਚੋਰੀ ਦੇ ਵਿੱਚ ਇਨਕਲੂਡਡ ਹੈ, ਦੇ ਵਿੱਚ ਟਰਾਂਸਮਿਸ਼ਨ ਲਾਸਿਸ ਦੇ ਵਿੱਚ ਅਸੀਂ ਟਰਾਂਸਮਿਸ਼ਨ ਲਾਈਨ ਦੀ ਜਿਹੜੀ ਹੈ ਕੈਪੈਸਿਟੀ ਵਧਾਈ ਹੈਗੀ ਹੈ, ਕਿਉਂਕਿ ਸਾਨੂੰ ਜਦੋਂ ਨੈਸ਼ਨਲ ਗ੍ਰਿਡ ਤੋਂ ਬਿਜਲੀ ਮਿਲਦੀ ਹੈ ਕਿ ਸਸਤੇ ਰੇਟ ਤੇ ਮਿਲਦੀ ਹੈ, ਸਾਨੂੰ ਟਰਾਂਸਮਿਸ਼ਨ ਦੀ ਜਿਹੜੀ ਹੈਗੀ ਉਹ ਵਧਾਉਣ ਦੀ ਲੋੜ ਹੈ ਕੈਪੈਸਿਟੀ, ਜੋ ਅਸੀਂ 6400 ਤੋਂ ਵਧਾ ਕੇ 7300 ਕਰਤੀ ਹੈਗੀ ਹੈ, 7300 ਮੈਗਾਵਾਟ ਕੀਤੀ ਹੈ। 8000 ਦੀ ਲੋੜ ਹੈ। ਇਸੇ ਤਰ੍ਹਾਂ ਅਸੀਂ ਟਰਾਂਸਫਰ ਨਵੇਂ ਲਾਏ ਹੈ, ਲਾਈਨਾਂ ਨਵੀਆਂ ਪਾਈਆਂ ਨੇ। ਅਜੇ ਕੱਲ ਦੇ ਅਖਬਾਰ ਸੀਗਾ ਕਿ ਜੋ ਪੰਜਾਬ ਨੇ 4.5 ਸਾਲ ਦੇ ਵਿੱਚ ਕਿੰਨੇ ਗ੍ਰਿਡ ਅਪਗ੍ਰੇਡ ਕੀਤੇ ਨੇ, 66 ਗ੍ਰਿਡ ਤੋਂ ਅੱਗੇ 440 ਕੇਵੀ ਦੇ ਇੱਕ ਹੋਰ ਕਿੰਨੇ ਬਹੁਤ ਕੁਝ ਕੀਤਾ ਹੈ। ਤੇ ਰੱਬ ਦੀ ਮਾਰ ਦੇਖੋ, ਹਲੇ ਵੀ ਬਿਜਲੀ ਦੀ ਤੋਟ ਹੈ ਪੰਜਾਬ 'ਚ, ਐਡਾ ਕੁਝ ਕਰਨ ਦੇ ਬਾਵਜੂਦ ਵੀ ਬਿਲਕੁਲ ਹੈ, ਕਿਉਂਕਿ ਇਹਦੇ ਕਈ ਕਾਰਨ ਨੇ। ਤੋਟ ਹੈ, ਚਲੋ ਮੈਂ ਮੰਨਦਾ ਤੋਟ ਹੈ, ਚਲੋ ਕਈ ਕਾਰਨ ਨੇ। ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਤਾਂ ਬਿਲਕੁਲ ਸਾਫ਼ ਹੋ ਗਈ ਨਾ, ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਪੰਜਾਬ ਦੇ ਵਿੱਚ ਜਿੰਨੀ ਪ੍ਰੋਡਕਸ਼ਨ ਹੋ ਰਹੀ ਸੀ ਉਨੀ ਹੀ ਡਿਮਾਂਡ ਸੀ, ਇਸ ਕਰਕੇ ਤੁਸੀਂ ਨਹੀਂ ਵਧਾਇਆ। ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਇਹੀ ਡਿਮਾਂਡ ਸੀਗੀ? ਨਹੀਂ ਸਰ, ਤੁਸੀਂ ਗਲਤ ਤੁਸੀਂ ਹੁਣੇ ਕਹਿ ਰਹੇ ਹੋ ਕਿ ਸਾਡੇ ਕੋਲ ਪ੍ਰੋਡਕਸ਼ਨ ਸੀ, ਮੈਨੂੰ ਸਮਝਾਓ ਨਾ, ਜਿੰਨੀ ਪ੍ਰੋਡਕਸ਼ਨ ਹੈ ਡਿਮਾਂਡ ਉਨੀ ਹੈ ਕਿ ਨਹੀਂ? ਟਰਾਂਸਮਿਸ਼ਨ ਲਾਈਨ ਵਧਾਓਗੇ, ਬਾਹਰੋਂ ਇੰਪੋਰਟ ਕਰੋਗੇ ਬਿਜਲੀ, ਉਹ ਪੂਰੀ ਨਹੀਂ ਹੋਏਗੀ ਬਿਜਲੀ। ਅੱਛਾ ਫਿਰ ਹਾਂ ਠੀਕ ਹੈ, ਕੱਲੀ ਪ੍ਰੋਡਕਸ਼ਨ ਨਾਲ ਨਾ, ਮੰਨਗੇ ਨਾ ਤੁਸੀਂ ਪ੍ਰੋਡਕਸ਼ਨ ਨਾਲ ਹੀ ਨਾ ਕਿ ਪੰਜਾਬ ਬਾਹਰੋਂ ਲੈ ਰਹੇ ਹੋ ਤੁਸੀਂ ਬਿਜਲੀ, ਕੱਲੇ ਪਲਾਂਟ ਨਾਲ ਪ੍ਰੋਡਕਸ਼ਨ ਨਹੀਂ ਵਧਾਈ, ਜਦੋਂ ਅਵੇਲੇਬਿਲਟੀ ਹੈਗੀ ਹੈ ਬਰਾੜ ਸਾਹਿਬ, ਜਦੋਂ ਸਸਤੇ ਰੇਟ ਤੇ ਅਵੇਲੇਬਿਲਟੀ ਹੈਗੀ ਹੈ, ਸਾਨੂੰ ਟਰਾਂਸਮਿਸ਼ਨ ਦੀ ਕੈਪੈਸਿਟੀ ਵਧਾਉਣ ਦੀ ਲੋੜ ਹੈ ਨਾ ਜੀ, ਸਾਨੂੰ ਟਰਾਂਸਮਿਸ਼ਨ ਟਰਾਂਸਫਾਰਮਰ ਚੇਂਜ ਕਰਨ ਦੀ ਲੋੜ ਹੈ, ਠੀਕ ਹੈ ਸਾਨੂੰ ਲਾਈਨਸ ਦੀ ਇੰਪਰੂਵਮੈਂਟ ਕਰਨ ਦੀ ਲੋੜ ਹੈਗੀ ਹੈ, ਸਾਨੂੰ ਆਪਣੀ ਜਿਹੜੀ ਲਾਸ ਬਿਜਲੀ ਦੀ ਥੈਫਟ ਨਾਲ ਉਹਦੀ ਕੰਟਰੋਲ ਕਰਨ ਦੀ ਲੋੜ ਹੈ। ਆਪ ਪ੍ਰੋਡਕਸ਼ਨ ਨਹੀਂ ਵਧਾਣੀ ਅਸੀਂ, ਠੀਕ ਹੈ ਠੀਕ ਹੈ, ਆ ਗਈ ਤੁਹਾਡੀ ਗੱਲ, ਆ ਗਈ, ਮੇਰੇ ਕੋਲ ਸਮਾਂ ਘੱਟ ਹੈ। ਬਰਾੜ ਸਾਹਿਬ ਪ੍ਰੋਡਕਸ਼ਨ ਵੀ ਵਧੀ ਹੈਗੀ ਹੈ। ਮੇਰੀ ਇੱਕੋ ਬੇਨਤੀ ਹੈ, ਲਾਸਸ ਜਿਹੜੇ ਸੀ ਜਦੋਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਛੱਡ ਕੇ ਗਏ ਆ 32% ਸੀ, ਅਸੀਂ ਸੁਧਾਰ ਕਰਕੇ ਇਹਨੂੰ 16% ਤੇ ਲੈ ਕੇ ਆਂਦਾ ਸੀ, ਔਰ 2019 ਤੱਕ 16.31 ਤੇ ਮੇਨਟੇਨ ਰਹੇ, ਤੇ 19 ਤੋਂ ਬਾਅਦ 18-20% ਤੇ ਫੇਰ ਚੜ ਗਿਆ। ਇਹ ਕਿ ਕੋਈ ਪਾਸਾ ਵੀ ਜਿਹੜੀ ਸਰਕਾਰ ਹੈ ਉਹ ਸੰਭਾਲ ਨਹੀਂ ਰਹੀ, ਔਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਤਾਰਾਂ ਨਾਲ ਬਾਹਰੋਂ ਲਿਆਉਂਗੇ, ਇਹਦਾ ਮਤਲਬ ਸਰਕਾਰੀ ਥਰਮਲ ਇਸੇ ਕਰਕੇ ਬੰਦ ਕੀਤਾ। 930 ਕਰੋੜ ਰੁਪਇਆ ਦੀ ਰਿਪੇਅਰ ਤੇ ਲੱਗਿਆ, 2031 ਤੱਕ ਉਹਨੇ ਚੱਲਣਾ ਸੀ ਤੇ ਤੁਸੀਂ ਉਹ ਜਾਣਬੁੱਝ ਕੇ ਬੰਦ ਕੀਤਾ।
ਚਲੋ ਜਾਂਦੇ ਜਾਂਦੇ 30 ਸੈਕਿੰਡ ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਦੇ ਦਿੰਦੇ ਹਾਂ। ਹੁਣ ਮੁੱਕਦੀ ਗੱਲ ਇਹ ਹੈ ਪ੍ਰੋਫੈਸਰ ਸਾਹਿਬ, ਹੁਣ ਤਾਂ ਸਭ ਕੁਝ ਮੈਨੂੰ ਲੱਗਦਾ ਹੈ ਕੁਦਰਤ ਤੇ ਹੀ ਨਿਰਭਰ ਕਰੇਗਾ। ਜੇ ਬਰਸਾਤ ਹੋਏਗੀ ਤਾਂ ਹੀ ਉਹ ਸਭ ਨੂੰ ਸਾਹ ਆਊਗਾ, ਨਹੀਂ ਤਾਂ ਫਿਰ ਸਾਹ ਆਉਣ ਵਾਲਾ ਨਹੀਂ ਹੈ। ਇਹ ਰਿਪੋਰਟ ਬੜੀ ਖਤਰਨਾਕ ਹੈ, ਜੇ ਅਗਲੇ 2 ਦਿਨ ਬਰਸਾਤ ਨਾ ਪਈ ਤਾਂ ਪੰਜਾਬ ਦੇ ਵਿੱਚ ਹਾਹਾਕਾਰ ਮਚ ਸਕਦਾ। ਦੇਖੋ ਸਾਡੀ ਸਟੇਟ ਜਿਹੜੀ ਆ ਜਿੱਥੇ ਅਸੀਂ ਜਾਂਦੇ, ਫਿਰ ਤੁਸੀਂ ਲੋਕਾਂ ਦਾ ਝੋਨਾ ਲਵਾਉਣਾ ਛਡਾਓ ਤੇ ਉਹਦੀ ਜਗ੍ਹਾ ਕੋਈ ਹੋਰ ਫਸਲ ਦੱਸੋ ਜਿਹਦੇ ਵਿੱਚ ਲੋਕਾਂ ਨੂੰ ਕੋਈ 4 ਪੈਸੇ ਬਚਣ। ਜਦੋਂ ਆਪਾਂ ਕਰਨਾ ਨਹੀਂ, ਤੁਹਾਨੂੰ ਪਤਾ ਹੀ ਆ ਕਿੱਥੇ ਆ, ਉਹ ਤੇ ਨਰਮੇ ਵਾਲੀ ਜਗ੍ਹਾ ਰੋਜ਼ ਜਿਹੜੀ ਹੈ ਚੰਗੀ ਭਲੀ ਜਗ੍ਹਾ ਝੋਨੇ ਦੇ ਥੱਲੇ ਹੋਰ ਆ ਰਹੀ ਹੈ, ਕਿਉਂਕਿ ਇੱਕੋ ਇੱਕ ਫਸਲ ਹੈ ਜਿਹਦੇ ਵਿੱਚ ਲੋਕਾਂ ਨੂੰ 4 ਪੈਸੇ ਬਣਦੇ ਆ। ਜੇ ਉਹ ਨਹੀਂ ਰੁਕ ਸਕਦੇ, ਝੋਨਾ ਲਾਉਣਾ ਹੀ ਲਾਉਣਾ, ਤੇ ਫਿਰ ਤੁਹਾਨੂੰ ਪਤਾ ਤੇ ਹੋਣਾ ਚਾਹੀਦਾ, ਐਸਟੀਮੇਟ ਹੋਣੇ ਚਾਹੀਦੇ। ਇਹ ਤੇ ਅਫਸੋਸ ਵਾਲੀ ਗੱਲ ਹੈ ਕਿ ਇਸ ਤਰੀਕੇ ਨਾਲ ਆਪਾਂ ਐਵੇਂ ਕਹੀ ਜਾਈਏ ਕਿ ਨਹੀਂ ਨਹੀਂ ਸਭ ਅੱਛਾ ਹੈ। ਇਹ ਲਗਾਤਾਰ ਟ੍ਰੈਂਡ ਨਜ਼ਰ ਆ ਰਿਹਾ ਸੀ। ਔਰ ਇਹਨਾਂ ਦੇ, ਇਹ ਮੈਂ ਨਹੀਂ ਆਪਣੇ ਵੱਲੋਂ ਕਹਿ ਰਿਹਾ, ਜਿਹੜੇ ਇਹਨਾਂ ਦੇ ਹੀ ਇੰਜੀਨੀਅਰ ਆ, ਜਿਹੜੇ ਰਿਟਾਇਰਡ ਇੰਜੀਨੀਅਰ, ਉਹਨਾਂ ਦਾ ਅੱਜ ਬੜਾ ਡਿਟੇਲ ਲੇਖ ਆਇਆ, ਪੰਜਾਬੀ ਟ੍ਰਿਬਿਊਨ 'ਚ ਵੱਡਾ ਲੇਖ ਆਇਆ, ਉਹਨਾਂ ਸਾਰੀ ਕੱਲੀ ਗੱਲ ਦੱਸੀ ਹੈ ਸਰਾਂ ਸਾਹਿਬ ਦਾ, ਕਿ ਕਿੱਥੇ ਕਿੱਥੇ ਕੀ ਜਦ ਇਹ ਵਾਧੇ ਦੀ ਲੋੜ ਹੁੰਦੀ ਸੀ ਤੇ ਇਸ ਵਾਰੀ ਕੰਟੀਨਜੈਂਸੀ ਜਦੋਂ ਪਈ ਹੈ ਤਾਂ ਉਹਦੀ ਤਿਆਰੀ ਸਾਨੂੰ ਚਾਹੀਦੀ ਸੀ। ਜਿਸ ਤਰ੍ਹਾਂ ਹੁਣ ਕਰੋਨਾ ਦੀ ਸੈਕੰਡ ਵੇਵ ਸੀਗੀ, ਕਿਸ ਤਰ੍ਹਾਂ ਸਾਡਾ ਆਕਸੀਜਨ ਨੇ ਬੁਰਾ ਹਾਲ ਕਰ ਦਿੱਤਾ, ਅਸੀਂ ਕੋਈ ਤਿਆਰੀ ਨਹੀਂ ਸੀ ਕੀਤੀ। ਉਹੋ ਹੀ ਹਾਲਤ ਜਦੋਂ ਕੋਈ ਇਹੋ ਜਿਹਾ ਸੋਕਾ ਪਵੇ, ਕੁਝ ਹੋਵੇ, ਸਾਡੇ ਕੋਲ ਕੀ ਅਰੇਂਜਮੈਂਟ ਹੈ? ਸਾਡੇ ਕੋਲ ਤੇ ਸਰਕਾਰਾਂ ਨੇ ਕਰਨੀਆਂ, ਲੋਕਾਂ ਨੇ ਥੋੜੀ ਕਰਨੀਆਂ। ਇੰਡਸਟਰੀ ਬੰਦ ਕਰ ਦਿੱਤੀ, ਦਫ਼ਤਰ ਬੰਦ ਕਰਤੇ, ਇਹ ਕੋਈ ਤਰੀਕਾ ਨਹੀਂ ਹੈਗਾ। ਇੱਕ ਪਾਸੇ ਫਾਇਦਾ ਕਰਕੇ ਦੂਜਾ ਪਾਸੇ ਲਾਸ ਕਰਕੇ ਪੰਜਾਬ ਦਾ ਟੋਟਲ ਲਾਸ ਤੇ ਹੁੰਦਾ ਹੀ ਆ, ਪਰ ਜੋ ਵੀ ਹੈ ਹੁਣ ਸਰਕਾਰਾਂ ਦੀ ਮਰਜ਼ੀ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਤਕਰਾਰ ਦੇ ਵਿੱਚ ਜੁੜੇ ਰਹਿਣ ਦੇ ਲਈ, ਕਿਉਂਕਿ ਇਹ ਪਾਵਰ ਦਾ ਮੁੱਦਾ ਬੜਾ ਵੱਡਾ ਮੁੱਦਾ ਹੈ, ਹਰ ਆਮ ਖਾਸ ਦੇ ਨਾਲ ਜੁੜਿਆ ਹੋਇਆ। 500 ਕਰੋੜ ਰੁਪਏ ਦਾ ਰੋਜ਼ ਦਾ ਨੁਕਸਾਨ ਇੰਡਸਟਰੀ ਦਾ ਹੋ ਰਿਹਾ। ਉਹ ਇੰਡਸਟਰੀ ਜਿਹੜੀ ਪਹਿਲਾਂ ਹੀ ਕਰੋਨਾ ਕਰਕੇ ਦੱਬੀ ਕੁਚਲੀ ਪਈ ਸੀ, ਅੱਜ ਇੰਡਸਟਰੀ ਵਾਲੇ ਕਹਿੰਦੇ ਸਾਨੂੰ ਫੋਨ ਆਉਂਦੇ ਜੀ ਹਿਮਾਚਲ ਤੋਂ, ਹਰਿਆਣਾ ਤੋਂ, ਝਾਰਖੰਡ ਤੋਂ, ਕਿ ਇੱਥੇ ਆ ਕੇ ਇੰਡਸਟਰੀ ਲਾਓ, ਆਮੋ ਆਮ ਤੁਹਾਨੂੰ ਬਿਜਲੀ ਦਿੰਦੇ ਆ ਔਰ ਸਸਤੀ ਬਿਜਲੀ ਦਿੰਦੇ ਆ। ਜੇ ਇੰਡਸਟਰੀ ਕੋ ਰਿਮੂਵ ਕਰਕੇ ਦੁਬਾਰਾ ਵਾਪਸ ਨਹੀਂ ਆਣੀ, ਇਹ ਸਵਾਲ ਸਰਕਾਰ ਦੇ ਸਾਹਮਣੇ ਬਹੁਤ ਵੱਡਾ ਹੈ ਕਿ ਕਿਵੇਂ ਇਸ ਸਮੱਸਿਆ ਤੋਂ ਨਜਿੱਠਿਆ ਜਾਏਗਾ। ਔਰ ਦੂਜਾ ਸਵਾਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਫੈਸਲਾ ਉਸ ਰਿਟ ਤੇ ਆਇਆ, ਉਹ ਸੋਚਣਾ ਪਏਗਾ ਘੱਟੋ ਘੱਟ ਪੰਜਾਬ ਦੀ ਆਪ ਯੂਨਿਟ ਨੂੰ ਕਿ ਫੈਸਲਾ ਜਿਹੜਾ ਹੁੰਦਾ ਦਿੱਲੀ ਦੇ ਵਿੱਚ ਉਹ ਪੰਜਾਬ ਦੇ ਲਈ ਹੱਕ ਦੇ ਵਿੱਚ ਹੈ ਜਾਂ ਵਿਰੋਧ ਦੇ ਵਿੱਚ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।